सर थोड़ी मर जाने फिल्म आई है, पहला जोरा आई सी, जोरा दा सैकेंड चैप्टर आई सी, और उस तो बाद इस फिल्म दे विच तुसी की खास कीता है जिहड़ी दर्शकां नूं तुहाडी ये फिल्म देखनी चाहिदी है? मेरी हर फिल्म ही खास हुंदी है। मेरा हर काम खास हुंदा जी। वो हो सकता है बहुत ज़्यादा हरमन प्यारा ना होवे ਜਾਂ बहुत सारे पैसे ना कमावे, पर हुंदा खास ही है वो। फिल्म मेकिंग मेरे लिए बहुत ही एक गंभीर ਤੇ ਇਹੋ ਜਿਹਾ ਵਿਸ਼ਾ ਹੈ ਕਿ ਜਿਹਦੇ ਤੇ ਮੈਂ ਆਪਣੀ ਜ਼ਿੰਦਗੀ ਸਾਰੀ ਆ ਜਿਹੜੀ ਉਹ ਕੇਂਦਰਿਤ ਕੀਤੀ ਹੋਈ। ਇੱਥੋਂ ਤੱਕ ਮਰ ਜਾਣੇ ਦਾ ਸਵਾਲ ਆ, ਮਰ ਜਾਣੇ ਸਾਡੇ ਜਿਹੜੇ ਯੰਗਸਟਰ ਨੇ, ਨੌਜਵਾਨ ਪੀੜ੍ਹੀ ਆ, ਉਹਨੂੰ ਮੁਖਾਤਬ ਆ। ਇਹ ਜਿਹੜੀਆਂ ਫਿਲਮਾਂ ਕੀ ਹੁੰਦਾ ਕਿ ਇੱਕ ਮਨ ਘੜਤ ਹੁੰਦੀਆਂ ਨੇ ਜਾਂ ਉਹ ਵੀ ਰਿਐਲਿਟੀ ਬੇਸਿਸ ਹੁੰਦੀਆਂ ਨੇ ਤੁਹਾਡੀਆਂ ਇਹ ਜਿਹੜੀਆਂ ਮੇਰੀ ਹਰ ਫਿਲਮ ਜਿਹੜੀ ਆ ਉਹ ਰੀਅਲ ਇਨਸੀਡੈਂਟ ਆ ਉਹਨਾਂ ਤੇ ਬੇਸਡ ਹੁੰਦੀ ਹੈ। ਫਿਲਮ ਸ਼ੂਟ ਕਰਨੀ ਬਹੁਤ ਔਖੀ ਹੁੰਦੀ ਹੈ, ਬਹੁਤ ਪਰਮਿਸ਼ਨਾਂ ਲੈਣੀਆਂ ਪੈਂਦੀਆਂ ਨੇ ਸੜਕਾਂ ਤੇ, ਬਾਜ਼ਾਰਾਂ 'ਚ। ਮੇਰੀ ਫਿਲਮ ਬਹੁਤ ਵੱਡੇ ਲੈਵਲ ਤੇ ਸ਼ੂਟ ਕੀਤੀ ਜਾਂਦੀ। ਉਹ ਐ ਤਾਂ ਹੈ ਨਹੀਂ ਕਿ ਘਰ ਦੇ ਵਿੱਚ ਇੱਕ ਕਮਰੇ 'ਚ ਬਹਿ ਕੇ ਡਾਇਲਾਗ ਬੋਲ ਲਏ ਜਾਂ ਇੱਕ ਵਿਹੜੇ 'ਚ। ਸਿੱਪੀ ਗਿੱਲ ਤੁਹਾਨੂੰ ਇਹ ਦੇਖਣ ਨੂੰ ਲੱਗਦਾ ਹੋਊਗਾ ਕਿ ਇੱਕ ਸਿੰਗਰ ਆ, ਸਟਾਰ ਸਿੰਗਰ ਆ, ਪਰ ਜਦੋਂ ਤੁਸੀਂ ਫਿਲਮ ਦੇ ਵਿੱਚ ਦੇਖੋਗੇ ਉਹਨੇ ਜਿਸ ਤਰ੍ਹਾਂ ਨਾਲ ਕਿਰਦਾਰ ਨਿਭਾਇਆ, ਮੈਨੂੰ ਉਹ ਚਾਹੀਦਾ ਸੀ। ਇਸ ਕਰਕੇ ਉਹਨੇ ਬਹੁਤ ਰਿਐਲਿਟੀ ਦੇ ਨੇੜੇ ਹੋ ਕੇ ਉਹ ਕੰਮ ਕੀਤਾ। ਸਿੱਪੀ ਗਿੱਲ ਨੂੰ ਮੈਂ ਇਹ ਗੱਲ ਵੀ ਕਹੀ ਕਿ ਤੁਸੀਂ, ਕਿਉਂਕਿ ਸਿੰਗਰਸ ਦੀ ਬਹੁਤ ਵੱਡੀ ਇੱਕ ਗੱਲ ਹੁੰਦੀ ਹੈ ਕਿ ਉਹ ਕੀ ਕਰਦੇ ਨੇ ਕਿ ਉਹ ਪ੍ਰੋਗਰਾਮ, ਸਟੇਜ ਪ੍ਰੋਗਰਾਮ ਬਹੁਤ ਲਾਉਂਦੇ ਨੇ ਬਿਲਕੁਲ। ਤੋਂ ਉਹਨਾਂ ਦੀ ਰੋਜ਼ੀ ਰੋਟੀ ਵੀ ਆ, ਉਹ ਜ਼ਰੂਰੀ ਹੈ, ਸਹੀ ਹੈ। ਪਰ ਮੈਂ ਇਹ ਕਹਿਣਾ ਮੈਂ ਕਿ ਜਦੋਂ ਮੈਂ ਕਿਸੇ ਸਿੰਗਰ ਨਾਲ ਕੰਮ ਕਰੂੰਗਾ, ਪਹਿਲਾਂ ਵੀ ਕੀਤਾ, ਸਿੱਪੀ ਨਾਲ ਵੀ ਇਹੀ ਗੱਲ ਕਹੀ ਕਿ ਤੁਸੀਂ ਸ਼ੂਟ ਦੇ ਦੌਰਾਨ ਪ੍ਰੋਗਰਾਮ ਨਹੀਂ ਲਾਉਣਾ। 30 ਦਿਨ ਸਿੱਪੀ ਨੇ ਕੋਈ ਪ੍ਰੋਗਰਾਮ ਨਹੀਂ ਲਾਇਆ। ਹੁਣ ਤੁਸੀਂ ਗੀਤਕਾਰੀ ਨੂੰ ਛੱਡ ਦਿੱਤਾ ਕਿ ਡਾਇਰੈਕਟਰੀ ਦਾ ਹੀ ਰਾਹ ਫੜ ਲਿਆ? ਨਹੀਂ, ਮੈਂ ਗੀਤਕਾਰੀ ਨੂੰ ਨਹੀਂ ਛੱਡਿਆ। ਮੈਂ ਗੀਤ ਲਿਖਦਾ, ਮੇਰੀਆਂ ਫਿਲਮਾਂ ਦੇ ਵਿੱਚ ਮੇਰੇ ਲਿਖੇ ਗੀਤ ਹੁੰਦੇ ਨੇ। ਕੀ ਕਹਿਣਾ ਚਾਹੋਗੇ ਜੇ ਇੱਥੇ ਜੇ ਮੈਂ ਗੱਲ ਕਹਾਂ ਅੱਜ ਕੱਲ੍ਹ ਦੀ ਗਾਇਕੀ ਨੂੰ ਲੈ ਕੇ, ਕਿ ਅੱਜ ਕੱਲ੍ਹ ਦੇ ਜੇ ਆਪਾਂ ਗੀਤ ਸੁਣੀਏ ਕਹਿੰਦੇ ਨੇ ਯੂਥ ਬਹੁਤ ਜ਼ਿਆਦਾ ਫੋਲੋ ਕਰ। ਮੈਂ ਇਹ ਮੰਨਦਾ ਕਿ ਬਦਲਾਅ ਜਿਹੜਾ ਆਉਂਦਾ ਉਹ ਬਦਲਾਅ ਜ਼ਰੂਰੀ ਹੈ। ਜੇ ਬਦਲਾਅ ਇਹ ਪਸੰਦ ਕੀਤਾ ਜਾ ਰਿਹਾ ਤਾਂ ਹੀ ਉਹ ਗੀਤ ਚੱਲ ਰਹੇ ਨੇ। ਦੇਖਿਆ ਜਾਂਦਾ ਕਿ ਜਿਹੜਾ ਗੈਂਗਸਟਰ ਹੈ ਉਹਨੂੰ ਕੇਂਦਰ ਬਿੰਦੂ ਬਣਾਇਆ ਗਿਆ ਫਿਲਮਾਂ ਦੇ ਵਿੱਚ, ਤੇ ਕੀ ਲੱਗਦਾ ਕਿ ਤੁਹਾਡਾ ਇਹ ਮੇਨ ਜਨਰ ਹੀ ਰਹਿਣਾ ਵੀ ਤੁਸੀਂ ਇਹ ਕਿਉਂ ਬਣਾਉਂਦੇ ਹੋ ਇਸ ਤਰ੍ਹਾਂ ਦੀ ਮਤਲਬ ਫਿਲਮਾਂ ਕਿ ਜਿੱਦਾਂ ਹੁਣ ਇਹੀ ਜਨਰ ਰੱਖਣਾ ਤੁਸੀਂ ਆਉਣ ਵਾਲੇ ਟਾਈਮ ਦੇ ਵਿੱਚ? ਮੈਂ ਆਪਣੇ ਤਰ੍ਹਾਂ ਦਾ ਸਿਨੇਮਾ ਬਣਾ ਰਿਹਾ ਜੀ, ਔਰ ਤੁਹਾਨੂੰ ਇਸ ਗੱਲ ਦਾ ਵੀ ਪਤਾ ਹੋਣਾ ਕਿ ਇਸ ਕਿਸਮ ਦਾ ਸਿਨੇਮਾ ਬਣਾਉਣ ਵਾਲੇ ਪੰਜਾਬ ਦੇ ਵਿੱਚ ਬਹੁਤ ਘੱਟ ਮੇਕਰ। ਪੰਜਾਬ ਦਾ ਜਿਹੜਾ ਖਾੜਕੂ ਲਹਿਰ ਸੀ ਉਹਦੇ ਬਾਰੇ ਵੀ ਮੈਂ ਇੱਕ ਫਿਲਮ ਕਰ ਰਿਹਾ ਹੈਗਾ ਜੀ। ਉਸ ਤੋਂ ਇਲਾਵਾ ਮੈਂ ਇੱਕ ਪੰਜਾਬ ਦੀ ਪੁਰਾਣੀ ਪਿੰਡੂ ਜਿਹੜਾ ਰਹਿਣ ਸਹਿਣ ਸੀਗਾ ਉਹਦੇ ਬਾਰੇ ਵੀ ਮੈਂ ਇੱਕ ਫਿਲਮ ਕਰ ਰਿਹਾ। 1960-70 ਦੇ ਟਾਈਮ ਦੀ ਇੱਕ ਸੱਭਿਆਚਾਰਕ ਫਿਲਮ ਆ ਉਹ। ਕਿਸਾਨੀ ਦੀਆਂ ਸਮੱਸਿਆਵਾਂ ਹਮੇਸ਼ਾ ਹੀ ਰਹੀਆਂ ਨੇ। ਉਹ ਕਿਸਾਨ ਅੰਦੋਲਨ ਹੁਣ ਹੋਇਆ ਇਹ ਵੱਖਰੀ ਗੱਲ ਜੀ, ਬਿਲਕੁਲ, ਪਰ ਕਿਸਾਨੀ ਹਮੇਸ਼ਾ ਹੀ ਸਮੱਸਿਆਵਾਂ ਸ਼ੁਰੂ ਤੋਂ ਹੀ ਸਮੱਸਿਆ ਤੋਂ। ਤੁਸੀਂ ਮਰ ਜਾਣੇ ਦੇ ਵਿੱਚ ਵੀ ਦੇਖੋਗੇ ਤਾਂ 3-4 ਜਗ੍ਹਾ ਕਿਸਾਨੀ ਦੀਆਂ ਸਮੱਸਿਆਵਾਂ ਦਾ ਮੈਂ ਜ਼ਿਕਰ ਕੀਤਾ, ਜਦੋਂ ਕਿ ਮਰ ਜਾਣੇ ਦੇ ਸ਼ੂਟ ਤੋਂ ਬਾਅਦ ਕਿਸਾਨ ਅੰਦੋਲਨ ਸ਼ੁਰੂ ਹੋਇਆ। ਜੇ ਰਾਜਨੀਤਿਕ ਲੋਕ ਨਾ ਹੋਣ ਤਾਂ ਵਿਚਾਰੇ ਟ੍ਰੋਲਸ ਤੇ ਮੀਮਸ ਬਣਾਉਣ ਵਾਲੇ ਵੈਸੇ ਹੀ ਮਤਲਬ ਵਿਹਲੇ ਹੋ ਜਾਣ। ਜਿਹੜੇ ਕਾਮਯਾਬ ਲੋਕ ਨੇ ਅੱਜ ਦੀ ਇੰਡਸਟਰੀ ਦੇ ਵਿੱਚ, ਗਾਇਕ, ਸਟਾਰ, ਐਕਟਰ, ਇਹ ਵੱਡਿਆਂ ਦਾ ਉਸ ਤਰੀਕੇ ਨਾਲ ਸਤਿਕਾਰ ਨਹੀਂ ਕਰਦੇ ਜਿਵੇਂ ਅਸੀਂ ਆਪਣੇ ਵੱਡਿਆਂ ਦਾ ਕਰਦੇ ਹਾਂ। ਸਾਡੇ ਵਰਗੇ ਵੀ ਆ ਜਿਹੜੇ ਬੰਦੇ, ਹੁਣ ਮੈਂ ਕਿਸੇ ਇਹੋ ਜਿਹੇ ਸਟਾਰ ਨੂੰ ਜਾਂ ਕਿਸੇ ਵੱਡੇ ਗਾਇਕ ਨੂੰ ਜਾਂ ਉਹਨੂੰ ਮੈਂ ਫਿਲਮ ਸੁਣਾਉਣੀ ਹੋਵੇ ਤਾਂ ਉਹ ਮੇਰਾ ਫੋਨ ਨਹੀਂ ਚੱਕਦੇ। ਉਹ
ਸਤਿ ਸ਼੍ਰੀ ਅਕਾਲ ਜੀ, ਔਨ 에ਅਰ ਵੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਸੋ ਦੋਸਤੋ, ਇਸ ਵਕਤ ਸਾਡੇ ਨਾਲ ਇੱਕ ਅਜਿਹੀ ਸ਼ਖਸੀਅਤ ਮੌਜੂਦ ਹੈ ਜਿਨ੍ਹਾਂ ਨੇ ਪੰਜਾਬੀ ਇੰਡਸਟਰੀ ਵਿੱਚ ਬਤੌਰ ਗੀਤਕਾਰ ਔਰ ਸਾਹਿਤ ਵਿੱਚ ਵੱਡਾ ਨਾਮ ਕਮਾਇਆ ਔਰ ਅੱਜ ਇੱਕ ਨਿਰਦੇਸ਼ਕ ਵਜੋਂ ਪਛਾਣੇ ਜਾਂਦੇ ਨੇ, ਜਿਨ੍ਹਾਂ ਨੇ ਜੋਰਾ 10 ਨੰਬਰੀਆ ਕੀਤੀ ਹੈ ਔਰ ਜੋਰਾ ਦਾ ਸੈਕਿੰਡ ਚੈਪਟਰ ਉਹਨਾਂ ਦੀ ਫਿਲਮ ਜੋ ਆਈ ਸੀ ਕਾਫੀ ਨਾਮ ਕਮਾਇਆ ਫਿਲਮ ਨੇ ਔਰ ਉਸ ਤੋਂ ਬਾਅਦ ਉਹਨਾਂ ਦੀ ਇੱਕ ਹੋਰ ਨਵੀਂ ਫਿਲਮ ਆਈ ਹੈ ਜਿਸ ਦੇ ਸੰਬੰਧੀ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ। ਸਾਡੇ ਨਾਲ ਨੇ ਅਮਰਦੀਪ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਦੇਖਣ ਵਾਲਿਆਂ ਨੂੰ ਵੀ ਸਤਿ ਸ਼੍ਰੀ ਅਕਾਲ। ਸਰ, ਤੁਹਾਡੀ ਮਰ ਜਾਣੇ ਫਿਲਮ ਆਈ ਹੈ, ਪਹਿਲਾਂ ਜੋਰਾ ਆਈ ਸੀ, ਜੋਰਾ ਦਾ ਸੈਕਿੰਡ ਚੈਪਟਰ ਆਈ ਸੀ ਔਰ ਉਸ ਤੋਂ ਬਾਅਦ ਇਸ ਫਿਲਮ ਦੇ ਵਿੱਚ ਤੁਸੀਂ ਕੀ ਖਾਸ ਕੀਤਾ ਜਿਹੜੀ ਦਰਸ਼ਕਾਂ ਨੂੰ ਤੁਹਾਡੀ ਇਹ ਫਿਲਮ ਦੇਖਣੀ ਚਾਹੀਦੀ ਹੈ? ਮੇਰੀ ਹਰ ਫਿਲਮ ਹੀ ਖਾਸ ਹੁੰਦੀ ਆ। ਮੇਰਾ ਹਰ ਕੰਮ ਖਾਸ ਹੁੰਦਾ ਜੀ। ਉਹ ਹੋ ਸਕਦਾ ਹੈ ਬਹੁਤ ਜ਼ਿਆਦਾ ਹਰਮਨ ਪਿਆਰਾ ਨਾ ਹੋਵੇ ਜਾਂ ਬਹੁਤ ਸਾਰੇ ਪੈਸੇ ਨਾ ਕਮਾਵੇ, ਪਰ ਹੁੰਦਾ ਖਾਸ ਹੀ ਆ ਉਹ। ਮਰ ਜਾਣੇ ਜਿਹੜੀ ਫਿਲਮ ਹੈ ਜਾਂ ਜੋਰਾ 10 ਨੰਬਰੀਆ ਸੀ ਜਾਂ ਜੋਰਾ ਸੈਕਿੰਡ ਚੈਪਟਰ ਸੀ, ਮੈਂ ਹਰ ਫਿਲਮ ਦੇ ਵਿੱਚ ਕੁਛ ਨਾ ਕੁਛ ਗੱਲ ਕਰਨੀ ਹੁੰਦੀ ਹੈ, ਕੋਈ ਗੰਭੀਰ ਆਪਣਾ ਵਿਚਾਰ ਦੇਣਾ ਹੁੰਦਾ, ਕੋਈ ਸੁਨੇਹਾ ਦੇਣਾ ਹੁੰਦਾ। ਉਹਦੇ ਕਰਕੇ ਹੀ ਮੈਂ ਫਿਲਮ ਬਣਾਉਣਾ। ਫਿਲਮ ਮੇਕਿੰਗ ਮੇਰੇ ਲਈ ਬਹੁਤ ਹੀ ਇੱਕ ਗੰਭੀਰ ਤੇ ਇਹੋ ਜਿਹਾ ਵਿਸ਼ਾ ਹੈ ਕਿ ਜਿਹਦੇ ਤੇ ਮੈਂ ਆਪਣੀ ਜ਼ਿੰਦਗੀ ਸਾਰੀ ਆ ਜਿਹੜੀ ਉਹ ਕੇਂਦਰਿਤ ਕੀਤੀ ਹੋਈ ਹੈ ਜੀ। ਜਦੋਂ ਮੈਂ ਗੀਤਕਾਰ ਸੀ ਤਾਂ ਮੈਂ ਗੀਤਾਂ ਦੇ ਵਿੱਚ ਵੀ ਕੋਈ ਗੱਲ ਕਰਨੀ ਹੁੰਦੀ ਸੀ ਤਾਂ ਮੈਂ ਗੀਤ ਲਿਖਦਾ ਸੀ। ਫਿਰ ਜਦੋਂ ਚਾਹੇ ਮੈਂ ਕਵਿਤਾ ਲਿਖਦਾ ਤਾਂ ਮੈਂ ਕੋਈ ਗੱਲ ਕਰਨੀ ਹੈ ਤੁਹਾਨੂੰ, ਲੋਕਾਂ ਨੂੰ, ਪਾਠਕਾਂ ਨੂੰ, ਉਸੇ ਹੀ ਤਰੀਕੇ ਨਾਲ ਮੈਂ ਫਿਲਮ ਦੇ ਵਿੱਚ ਵੀ ਕੋਈ ਗੱਲ ਕਰਨੀ ਹੈ। ਜਿੱਥੋਂ ਤੱਕ ਮਰ ਜਾਣੇ ਦਾ ਸਵਾਲ ਆ, ਮਰ ਜਾਣੇ ਸਾਡੇ ਜਿਹੜੇ ਯੰਗਸਟਰ ਨੇ, ਨੌਜਵਾਨ ਪੀੜ੍ਹੀ ਆ, ਉਹਨੂੰ ਮੁਖਾਤਬ ਆ। ਨੌਜਵਾਨ ਪੀੜ੍ਹੀ ਜਿਹੜੀ ਸਾਡੀ ਕਾਲਜਾਂ 'ਚ ਪੜ੍ਹਦੀ ਆ, ਸ਼ਰਾਰਤਾਂ ਕਰਦੀ ਆ, ਥੋੜ੍ਹੀਆਂ ਛੋਟੀਆਂ ਔਰ ਛੋਟੇ ਆ ਜਿਹੜੀਆਂ ਉਹ ਗਲਤੀਆਂ ਕਰਦੀ ਆ ਜੀ। ਗਾਣੇ ਸੁਣਦੀ ਆ, ਨੱਚਦੀ ਟੱਪਦੀ ਆ, ਹਥਿਆਰਾਂ ਵਾਲੇ ਗਾਣੇ ਸੁਣਦੀ ਆ, ਵਾਇਲੈਂਸ ਦੀਆਂ ਗੱਲਾਂ ਕਰਦੀ ਆ, ਲੜਦੀ ਭਿੜਦੀ ਆ। ਉਹ ਹੌਲੀ ਕਿਤੇ ਇਹੋ ਜਿਹੀ ਕੋਈ ਵੱਡੀ ਗਲਤੀ ਕਰ ਬੈਠਦੇ ਆ ਤਾਂ ਫਿਰ ਜ਼ਿੰਦਗੀ ਪੂਰੀ ਦੀ ਪੂਰੀ ਆ ਜਿਹੜੀ ਉਹ ਚੇਂਜ ਹੋ ਜਾਂਦੀ ਆ, ਜ਼ਿੰਦਗੀ ਬਰਬਾਦ ਹੋ ਜਾਂਦੀ ਆ, ਜ਼ਿੰਦਗੀ ਆ ਜਿਹੜੀ ਉਹ ਮੌਤ ਦੇ ਬੂਹੇ ਤੇ ਜਾ ਕੇ ਖੜ ਜਾਂਦੀ ਆ। ਇਹ ਇਸ ਫਿਲਮ ਦਾ ਮੁੱਖ ਹੈ ਜਿਹੜਾ ਉਹ ਵਿਸ਼ਾ ਹੈ। ਜਿਸ ਤਰ੍ਹਾਂ ਤੁਸੀਂ ਗੱਲ ਕੀਤੀ ਕਿ ਰਿਐਲਿਟੀ ਬੇਸਿਸ ਇਹ ਫਿਲਮ ਤੁਹਾਡੀ ਬਣਾਈ ਗਈ ਹੈ ਨਾ, ਰਿਐਲਿਟੀ ਤੇ ਜਿਹੜੀਆਂ ਤੁਸੀਂ ਪਹਿਲਾਂ ਫਿਲਮਾਂ ਕਰਦੇ ਹੋ ਜਾਂ ਹੁਣ ਕਰਨੀਆਂ ਨੇ, ਇਹ ਜਿਹੜੀਆਂ ਫਿਲਮਾਂ ਕੀ ਹੁੰਦਾ ਕਿ ਇੱਕ ਮਨਘੜਤ ਹੁੰਦੀਆਂ ਨੇ ਜਾਂ ਉਹ ਵੀ ਰਿਐਲਿਟੀ ਬੇਸਿਸ ਹੁੰਦੀਆਂ ਨੇ ਤੁਹਾਡੀਆਂ ਇਹ ਜਿਹੜੀਆਂ? ਮੇਰੀ ਹਰ ਫਿਲਮ ਜਿਹੜੀ ਆ ਉਹ ਰੀਅਲ ਜਿਹੜੇ ਇਨਸੀਡੈਂਟ ਆ ਉਹਨਾਂ ਤੇ ਬੇਸਡ ਹੁੰਦੀ ਹੈ ਜੀ। ਬਠਿੰਡੇ ਦੇ ਵਿੱਚ ਮੈਂ ਜੰਮਿਆ ਪਲਿਆ, ਬਠਿੰਡੇ ਵਾਲੇ ਸਾਰੇ ਮੈਨੂੰ ਜਾਣਦੇ ਨੇ ਔਰ ਉਸ ਵਰਗ ਜਿਹੜਾ ਹੈਗਾ ਮਾਲਵੇ ਦਾ ਉਹ ਖਿੱਤਾ, ਉੱਥੇ ਘਟਨਾਵਾਂ ਵਾਪਰੀਆਂ ਨੇ, ਇਹੋ ਜਿਹੇ ਪਾਤਰ ਨੇ, ਉਹ ਚਾਹੇ ਜੋਰਾ 10 ਨੰਬਰੀਆ ਦਾ ਹਿੱਸਾ ਬਣਦੇ ਨੇ ਜਾਂ ਜੋਰਾ ਸੈਕਿੰਡ ਚੈਪਟਰ ਦਾ ਹਿੱਸਾ ਬਣਦੇ ਨੇ, ਚਾਹੇ ਹੁਣ ਮਰ ਜਾਣੇ ਦਾ ਹਿੱਸਾ ਬਣਦੇ ਨੇ। ਇੱਕ ਇਹ ਗੱਲ ਵੀ ਤੁਹਾਨੂੰ ਪਤਾ ਹੋਣਾ ਕਿ ਮੇਰੀਆਂ ਤਿੰਨੇ ਫਿਲਮਾਂ ਹੀ ਆ ਜਿਹੜੀਆਂ ਬਠਿੰਡਾ ਸ਼ਹਿਰ 'ਚ ਬਣੀਆਂ। ਬਿਲਕੁਲ ਜੀ, ਮੈਂ ਇਸੇ ਤੇ ਸਵਾਲ ਇਹੀ ਮੈਂ ਤੁਹਾਨੂੰ ਅੱਗੇ ਕਰਨ ਲੱਗੀ ਸੀ, ਤੁਸੀਂ ਪਹਿਲਾਂ ਹੀ ਜਵਾਬ ਦਿੱਤਾ ਕਿ ਤੁਸੀਂ ਇੱਕ ਬਠਿੰਡੇ ਸ਼ਹਿਰ ਤੋਂ ਰਹਿੰਦੇ ਹੋ ਤੇ ਕਿਤੇ ਇਹ ਹੈ ਕਿ ਮੇਰੇ ਸ਼ਹਿਰ ਕਰਕੇ ਤਿੰਨੇ ਫਿਲਮਾਂ ਹੀ ਉੱਥੇ ਬਣਾਤੀਆਂ। ਨਹੀਂ, ਇਦਾਂ ਨਹੀਂ ਬਣਾਈਆਂ, ਕਹਾਣੀਆਂ ਉੱਥੋਂ ਦੀਆਂ ਸੀ। ਅਗਲੀ ਫਿਲਮ ਆ ਜਿਹੜੀ ਉਹ ਮੈਂ ਮੁਹਾਲੀ, ਚੰਡੀਗੜ੍ਹ ਦੇ ਵਿੱਚ ਸ਼ੂਟ ਕਰ ਰਿਹਾ ਜੀ। ਇਹ ਕਹਾਣੀਆਂ ਉੱਥੋਂ ਦੀਆਂ ਸੀ। ਉਸ ਕਹਾਣੀ ਦੇ ਵਿੱਚ ਚੰਡੀਗੜ੍ਹ ਵੀ ਆ, ਉਹਨਾਂ ਫਿਲਮਾਂ 'ਚ ਵੀ ਚੰਡੀਗੜ੍ਹ ਹੈਗਾ। ਜਿੱਦਾਂ ਮਰ ਜਾਣੇ ਦੇ ਵਿੱਚ ਰਾਜਸਥਾਨ ਆ, 10-12 ਦਿਨ ਦਾ ਕੰਮ, ਉਹ ਕਹਾਣੀਆਂ ਉੱਥੋਂ ਦੀਆਂ ਨੇ। ਬਾਕੀ ਇੱਕ ਗੱਲ ਇਹ ਹੈਗੀ ਆ ਕਿ ਜਿਹੜਾ ਆਪਦਾ ਸ਼ਹਿਰ, ਕਿਉਂਕਿ ਫਿਲਮ ਸ਼ੂਟ ਕਰਨੀ ਬਹੁਤ ਔਖੀ ਹੁੰਦੀ ਹੈ, ਬਹੁਤ ਪਰਮਿਸ਼ਨਾਂ ਲੈਣੀਆਂ ਪੈਂਦੀਆਂ ਨੇ ਸੜਕਾਂ ਤੇ, ਬਾਜ਼ਾਰਾਂ 'ਚ। ਮੇਰੀ ਫਿਲਮ ਬਹੁਤ ਵੱਡੇ ਲੈਵਲ ਤੇ ਸ਼ੂਟ ਕੀਤੀ ਜਾਂਦੀ। ਉਹ ਐ ਤਾਂ ਹੈ ਨਹੀਂ ਕਿ ਘਰ ਦੇ ਵਿੱਚ ਇੱਕ ਕਮਰੇ 'ਚ ਬਹਿ ਕੇ ਡਾਇਲਾਗ ਬੋਲ ਲਏ ਜਾਂ ਇੱਕ ਵਿਹੜੇ 'ਚ। ਮੇਰੀ ਫਿਲਮ ਆ ਜਿਹੜੀ ਉਹ ਬਹੁਤ ਵੱਡੇ ਫਰੇਮ ਹੁੰਦੇ ਆ ਉਹਦੇ 'ਚ। ਕਦੇ ਕਿਲੇ 'ਚ ਸ਼ੂਟ ਕਰ ਰਿਹਾ ਮੈਂ, ਕਦੇ ਥਰਮਲ ਪਲਾਂਟ ਕੋਲੇ ਸ਼ੂਟ ਕਰ ਰਿਹਾ, ਕਦੇ ਮੈਂ ਧੋਬੀ ਬਾਜ਼ਾਰ 'ਚ ਸ਼ੂਟ ਕਰ ਰਿਹਾ। ਚਾਹੇ ਉਹ ਜਿਹੜੀਆਂ ਸਾਰੀਆਂ ਗੱਲਾਂ ਨੇ ਉਹ ਇਹੋ ਜਿਹੇ ਸ਼ਹਿਰ ਦੇ ਵਿੱਚ ਸ਼ੂਟ ਕਰਨੀਆਂ ਸੌਖੀਆਂ ਲੱਗਦੀਆਂ ਨੇ ਜਿੱਥੇ ਤੁਹਾਨੂੰ ਸਾਰੇ ਜਾਣਦੇ ਹੋਣ, ਜਿੱਥੇ ਤੁਹਾਨੂੰ ਪਰਮਿਸ਼ਨਾਂ ਵੀ ਜਿਹੜੀਆਂ ਸੌਖੀਆਂ ਮਿਲ ਜਾਂਦੀਆਂ ਹੋਣ। ਜਿਵੇਂ ਹੁਣ ਬਹੁਤ ਭੀੜ ਦੇ ਵਿੱਚ ਮੈਂ ਉੱਥੇ ਐਕਸ਼ਨ ਸੀਨ ਸ਼ੂਟ ਕਰ ਰਿਹਾ ਜਾਂ ਕੋਈ ਹੋਰ ਇਹੋ ਜਿਹਾ ਸੀਨ ਸ਼ੂਟ ਕਰ ਰਿਹਾ ਤਾਂ ਉੱਥੇ ਸਾਰੇ ਮੇਰੇ ਭਰਾ ਨੇ ਜੋ ਵੀ ਸੜਕਾਂ ਤੇ ਦੇਖ ਰਹੇ ਆ, ਖੜੇ ਆ, ਬੱਚੇ ਆ, ਤਾਂ ਮੈਂ ਉਹਨਾਂ ਨੂੰ ਸਿਰਫ ਐਂ ਹੀ ਕਹਿਣਾ ਹੁੰਦਾ ਕਿ ਚੁੱਪ ਦਾ ਦਾਨ ਬਖਸ਼ੋ, ਤੇ ਸਾਰੇ ਚੁੱਪ ਕਰ ਜਾਂਦੇ ਆ। ਜਾਣੀ ਹੋਰ ਥਾਵਾਂ ਤੇ ਇਹੋ ਜਿਹੀਆਂ ਮੁਸ਼ਕਲਾਂ ਜ਼ਿਆਦਾ ਆਉਂਦੀਆਂ ਨੇ, ਪਰ
ਇਸ ਕਾਰਨ ਹੀ ਮੈਂ ਬਠਿੰਡੇ ਸ਼ੂਟ ਨਹੀਂ ਕਰਦਾ ਕਿਉਂਕਿ ਉਹ ਕਹਾਣੀਆਂ ਬਠਿੰਡੇ ਦੀਆਂ ਨੇ। ਜਿਵੇਂ ਮੰਨ ਲਓ ਕਿਸੇ ਕਹਾਣੀ ਦੇ ਵਿੱਚ ਅਸੀਂ ਜ਼ਿਕਰ ਕਰਨਾ ਔਰ ਰੀਅਲ ਇਨਸੀਡੈਂਟ ਆ ਕਿ ਕੋਈ ਬੰਦਾ ਸੰਗਰੀਏ ਤੋਂ ਡੱਬ ਵਾਲੀ ਤੋਂ ਬਠਿੰਡੇ ਆਇਆ, ਉਹ ਸੰਗਰੀਏ ਡੱਬ ਵਾਲੀ ਤੋਂ ਬਠਿੰਡੇ ਆਉਣਾ ਸੌਖਾ ਹੈ। ਜੇ ਉਸ ਫਿਲਮ ਦੀ ਅਸੀਂ ਕਹਾਣੀ ਆ ਜਿਹੜੀ ਉਹਨੂੰ ਰੱਖ ਲਈਏ ਕਿ ਅੰਮ੍ਰਿਤਸਰ ਹੋਊਗੀ ਤਾਂ ਅੰਮ੍ਰਿਤਸਰ ਜਾਣਾ ਬਹੁਤ ਔਖਾ ਸੰਗਰੀਏ ਡੱਬ ਵਾਲੀ ਤੋਂ, ਹਨਾ, ਕਿਉਂਕਿ ਘਟਨਾਵਾਂ ਵਾਪਰ ਰਹੀਆਂ ਨੇ। ਇਸ ਕਰਕੇ ਬਠਿੰਡਾ ਜਿਹੜਾ ਉਹ ਸੈਂਟਰ ਆ, ਉੱਥੋਂ ਅਸੀਂ ਰਾਜਸਥਾਨ ਵੀ ਜਾਂਦੇ ਆ, ਉੱਥੋਂ ਹਰਿਆਣਾ ਵੀ ਜਾਂਦੇ ਆ। ਖਾਸ ਕਰਕੇ ਜਿਹੜੀ ਡਰੱਗ ਸਮਗਲਿੰਗ ਦੀ ਗੱਲ ਆ ਉਹ ਇਹਨਾਂ ਬਾਰਡਰਸ ਤੇ ਹੁੰਦੀ ਹੈ। ਮੈਂ ਸ਼ੂਟ ਕੀਤਾ ਤਾਂ ਕੁਝ ਰੀਅਲ ਇਨਸੀਡੈਂਟ ਨੇ ਜਿਹੜੇ ਮੈਂ ਸ਼ੂਟ ਕੀਤੇ, ਇਸ ਕਰਕੇ ਬਠਿੰਡਾ ਸੈਂਟਰ ਹੋਣਾ ਜਿਹੜਾ ਕੁਦਰਤੀ ਸੀ। ਤੁਹਾਡੀ ਇਹੀ ਗੱਲ ਮੈਨੂੰ ਬਹੁਤ ਵਧੀਆ ਲੱਗਦੀ ਹੈ। ਤੁਸੀਂ ਇੱਕ ਇੰਟਰਵਿਊ ਦੇ ਵਿੱਚ ਗੱਲ ਵੀ ਕਹੀ ਸੀ ਕਿ ਤੁਸੀਂ ਥੀਏਟਰ ਆਰਟਿਸਟ ਨੂੰ ਸਿਲੈਕਟ ਕਰਦੇ ਹੋ ਫਿਲਮ ਦੇ ਲਈ, ਤੇ ਕਿਤੇ ਨਾ ਕਿਤੇ ਜੇ ਦੇਖਿਆ ਜਾਵੇ ਤਾਂ ਕਹਿੰਦੇ ਨੇ ਕਿ ਇੱਕ ਨਾਮੀ ਫੇਸ ਹੋਣਾ ਚਾਹੀਦਾ ਜੀ। ਜੇ ਤੁਹਾਡੇ ਫਾਲੋਅਰ ਨੇ ਅੱਜ ਦੇ ਟਾਈਮ 'ਚ ਤੁਸੀਂ ਫਿਲਮ 'ਚ ਆ ਸਕਦੇ ਹੋ, ਔਰ ਇਹ ਤੁਹਾਡੀ ਬੜੀ ਵਧੀਆ ਗੱਲ ਹੈ ਕਿ ਤੁਸੀਂ ਇੱਕ ਨਵੇਂ ਫੇਸ ਨੂੰ ਵੀ ਆਪਣੀ ਫਿਲਮ ਦੇ ਵਿੱਚ ਮੌਕਾ ਦਿੰਦੇ ਹੋ, ਜਿਹੜਾ ਬਹੁਤ ਘੱਟ ਮਿਲਦਾ। ਬਿਲਕੁਲ, ਮੈਂ ਹਮੇਸ਼ਾ ਹਰ ਫਿਲਮ ਤੋਂ ਪਹਿਲਾਂ ਇੱਕ ਆਡੀਸ਼ਨ ਰੱਖਦਾ। ਸਾਡਾ ਮਤਲਬ ਮੋਹਾਲੀ ਆਡੀਸ਼ਨ ਕੀਤਾ ਮੈਂ ਮਰ ਜਾਣੇ ਦਾ, ਬਠਿੰਡੇ ਆਡੀਸ਼ਨ ਕੀਤਾ, ਜੋਰਾ ਵੇਲੇ ਵੀ ਮੈਂ ਹੀ ਕੀਤਾ, ਮੋਹਾਲੀ ਵੀ ਆਡੀਸ਼ਨ ਕੀਤਾ, ਬਠਿੰਡੇ ਵੀ ਆਡੀਸ਼ਨ ਕੀਤਾ। ਸਾਡੀ ਜਿਹੜੀ ਮਾਲਵਾ ਬੈਲਟ ਆ, ਫਰੀਦਕੋਟ, ਫਿਰੋਜ਼ਪੁਰ, ਕੋਟਕਪੂਰਾ, ਬਰਨਾਲਾ, ਮਾਨਸਾ, ਭਿੱਖੀ, ਬਲਾਡਾ, ਸਨਾਮ, ਭਵਾਨੀਗੜ੍ਹ, ਪਟਿਆਲਾ, ਇਹ ਸਾਰੇ ਜਿਹੜੇ ਥੀਏਟਰ ਆਰਟਿਸਟ ਨੇ ਉਹ ਮੈਨੂੰ ਆਏ ਨੇ, ਮੇਰੇ ਫਿਲਮਾਂ 'ਚ ਵੀ ਆਏ ਨੇ, ਫਿਰੋਜ਼ਪੁਰ ਤੋਂ ਵੀ ਆਏ ਨੇ। ਜਿੱਥੋਂ ਜਿਹੜਾ ਵੀ ਪਹੁੰਚਦਾ, ਜਿਹੜਾ ਮੇਰੇ ਆਡੀਸ਼ਨ, ਕਿਉਂਕਿ ਲਾਉਂਗਾ ਤਾਂ ਮੈਂ ਉਹਨੂੰ ਹੀ ਜਿਹੜਾ ਮੇਰੇ ਆਡੀਸ਼ਨ ਤੇ ਪਹੁੰਚੂਗਾ। ਇਸ ਕਰਕੇ ਮੇਰੀ ਇਹ ਗੱਲ ਹੈ ਕਿ ਮੈਨੂੰ ਜੋ ਚਾਹੀਦਾ, ਮੈਨੂੰ ਉਹ ਚਾਹੀਦਾ, ਮੈਨੂੰ ਐਕਟਰ ਚਾਹੀਦਾ, ਮੈਨੂੰ ਉਹ ਲੁੱਕ ਚਾਹੀਦੀ ਹੈ, ਮੈਨੂੰ ਸਟਾਰ ਨਹੀਂ ਚਾਹੀਦਾ। ਸਟਾਰ ਆ ਜਿਹੜਾ ਉਹ ਲੈਣਾ ਪ੍ਰੋਡਿਊਸਰ ਦੀ ਮਜਬੂਰੀ ਹੁੰਦੀ ਹੈ, ਮੇਰੀ ਮਜਬੂਰੀ ਨਹੀਂ। ਮੈਂ ਕਿਸੇ ਨੂੰ ਨਹੀਂ ਕਹਿੰਦਾ ਕਿ ਮੈਨੂੰ ਆਹ ਸਟਾਰ ਦਿਓ, ਪ੍ਰੋਡਿਊਸਰ ਕਹਿੰਦਾ ਕਿ ਭਾਜੀ ਇੱਕ ਦੋ ਨਾਮੀ ਚਿਹਰੇ ਲੈ ਲਓ, ਉਹਦੇ ਕਰਕੇ ਫਿਲਮ ਵੇਚਣੀ ਸੌਖੀ ਹੋ ਜਾਂਦੀ ਹੈ। ਲੋਕਾਂ ਦਾ ਧਿਆਨ ਜਿਹੜਾ ਹੈਗਾ ਉਹ ਬਿਜ਼ਨਸ ਪੁਆਇੰਟ ਆਫ ਵਿਊ ਤੋਂ ਗੱਲ ਕਰਦੇ ਨੇ ਕਿ ਖਿੱਚਿਆ ਜਾਂਦਾ। ਪਰ ਮੈਂ ਇਸ ਗੱਲ ਨਾਲ ਕਦੇ ਵੀ ਆਪਦੇ ਆਪ ਨੂੰ ਐ ਨਹੀਂ ਬੰਨਿਆ ਕਿ ਮੈਂ ਸਟਾਰ ਨਾਲ ਫਿਲਮ ਕਰਨੀ ਹੈ। ਮੈਨੂੰ ਇਹ ਹੈ ਕਿ ਐਕਟਰ ਹੋਣ। ਜਿਵੇਂ ਹੁਣ ਮਰ ਜਾਣੇ ਵੀ ਆ, ਜੇ ਤੁਸੀਂ ਸਿੱਪੀ ਗਿੱਲ, ਤੁਹਾਨੂੰ ਇਹ ਦੇਖਣ ਨੂੰ ਲੱਗਦਾ ਹੋਊਗਾ ਕਿ ਇੱਕ ਸਿੰਗਰ ਆ, ਸਟਾਰ ਸਿੰਗਰ ਆ, ਪਰ ਜਦੋਂ ਤੁਸੀਂ ਫਿਲਮ ਦੇ ਵਿੱਚ ਦੇਖੋਗੇ ਉਹਨੇ ਜਿਸ ਤਰ੍ਹਾਂ ਨਾਲ ਕਿਰਦਾਰ ਨਿਭਾਇਆ, ਮੈਨੂੰ ਉਹ ਚਾਹੀਦਾ ਸੀ। ਇਸ ਕਰਕੇ ਉਹਨੇ ਬਹੁਤ ਰਿਐਲਿਟੀ ਦੇ ਨੇੜੇ ਹੋ ਕੇ ਉਹ ਕੰਮ ਕੀਤਾ। ਮੈਂ ਆਪਣਾ ਵਰਕਸ਼ਾਪ ਲਾਈ ਫਿਲਮ ਦੇ ਸ਼ੂਟ ਤੋਂ ਪਹਿਲਾਂ 10 ਦਿਨ ਅਸੀਂ ਬਠਿੰਡੇ ਮੈਂ ਪਹਿਲਾਂ ਸੱਦ ਲਿਆ ਸਾਰਿਆਂ ਨੂੰ, ਔਰ ਅਸੀਂ ਜਿੱਥੇ ਰਹਿ ਰਹੇ ਸੀ ਉੱਥੇ ਇੱਕ ਬਾਕਾਇਦਾ ਰੋਜ਼ 2-3 ਘੰਟੇ ਦੀ ਕਲਾਸ ਮੈਂ ਉਹਨਾਂ ਦੀ ਲੈਂਦਾ ਸੀ। ਪਹਿਲਾਂ ਉਹਨਾਂ ਨੂੰ ਦੱਸਿਆ ਸਾਰਿਆਂ ਨੂੰ ਕਿ ਤੁਸੀਂ 2-2 3-3 ਮਹੀਨੇ ਪਹਿਲਾਂ ਕਹਿਤਾ ਕਿ ਦਾੜੀ ਨਹੀਂ ਕਟਾਉਣੀ, ਮੁੱਛਾਂ ਨਹੀਂ ਕਟਾਉਣੀਆਂ। ਈਵਨ ਕਿ ਸਿੱਪੀ ਗਿੱਲ ਨੂੰ ਮੈਂ ਇਹ ਗੱਲ ਵੀ ਕਹੀ ਕਿ ਤੁਸੀਂ, ਕਿਉਂਕਿ ਸਿੰਗਰਸ ਦੀ ਬਹੁਤ ਵੱਡੀ ਇੱਕ ਗੱਲ ਹੁੰਦੀ ਹੈ ਕਿ ਉਹ ਕੀ ਕਰਦੇ ਨੇ ਕਿ ਉਹ ਪ੍ਰੋਗਰਾਮ, ਸਟੇਜ ਪ੍ਰੋਗਰਾਮ ਬਹੁਤ ਲਾਉਂਦੇ ਨੇ ਬਿਲਕੁਲ, ਤਾਂ ਉਹਨਾਂ ਦੀ ਰੋਜ਼ੀ ਰੋਟੀ ਵੀ ਆ, ਉਹ ਜ਼ਰੂਰੀ ਹੈ, ਸਹੀ ਨਹੀਂ। ਪਰ ਮੈਂ ਇਹ ਕਹਿਣਾ ਮੈਂ ਕਿ ਜਦੋਂ ਮੈਂ ਕਿਸੇ ਸਿੰਗਰ ਨਾਲ ਕੰਮ ਕਰੂੰਗਾ, ਪਹਿਲਾਂ ਵੀ ਕੀਤਾ, ਸਿੱਪੀ ਨਾਲ ਵੀ ਇਹੀ ਗੱਲ ਕਹੀ ਕਿ ਤੁਸੀਂ ਸ਼ੂਟ ਦੇ ਦੌਰਾਨ ਪ੍ਰੋਗਰਾਮ ਨਹੀਂ ਲਾਉਣਾ। 30 ਦਿਨ ਸਿੱਪੀ ਨੇ ਕੋਈ ਪ੍ਰੋਗਰਾਮ ਨਹੀਂ ਲਾਇਆ, ਉਹਨੇ ਬਾਕਾਇਦਾ ਸ਼ੂਟਿੰਗ ਕੀਤੀ ਫਿਲਮ ਦੀ। ਅਸੀਂ 28 ਦਿਨਾਂ ਦੇ ਵਿੱਚ ਸ਼ੂਟ ਕੰਪਲੀਟ ਕੀਤਾ। ਉਸ ਤੋਂ ਬਾਅਦ ਉਹਨੇ ਮੇਰੇ ਤੋਂ ਪੁੱਛਿਆ ਕਿ ਬਾਈ ਜੀ ਹੁਣ ਮੈਂ ਦਾੜੀ ਕਟਾ ਦਾਂ, ਹੁਣ ਮੈਂ ਲੁੱਕ ਚੇਂਜ ਕਰ ਸਕਦਾ? ਮੈਂ ਕਿਹਾ ਠੀਕ ਹੈ। ਫਿਰ ਉਹਨੇ ਪ੍ਰੋਗਰਾਮ ਲਾਏ। ਇਸ ਕਰਕੇ ਮੇਰੀ ਕਮਿਟਮੈਂਟ ਥੋੜੀ ਜਿਹੀ ਜ਼ਿਆਦਾ ਫਿਲਮ ਮੇਕਿੰਗ ਨਾਲ, ਗੰਭੀਰਤਾ ਨੂੰ ਲੈ ਕੇ। ਜਿਵੇਂ ਤੁਸੀਂ ਪਹਿਲਾਂ ਗੀਤਕਾਰੀ ਦੇ ਵਿੱਚ ਤੁਹਾਡਾ ਵਧੀਆ ਨਾਮ ਹੈ, ਸਾਹਿਤਕਾਰੀ ਦੇ ਵਿੱਚ ਨਾਮ ਹੈ, ਤੁਹਾਡੇ ਲਈ ਜਿਹੜੇ ਗੀਤ ਨੇ ਕਿੰਨੇ ਲਿਖੇ ਹੋਏ ਨੇ ਔਰ ਕਿੰਨੇ ਵਧੀਆ ਆਰਟਿਸਟ ਨੇ ਗੀਤ ਗਾਏ ਵੀ ਨੇ, ਤਾਂ ਉੱਥੇ ਹੁਣ ਤੁਹਾਡੇ ਚਾਹਣ ਵਾਲਿਆਂ ਨੂੰ ਇਹ ਵੀ ਹੈ ਕਿ ਹੁਣ ਤੁਸੀਂ ਕੋਈ ਗੀਤ ਵੀ ਲਿਖੋ, ਜਿਹੜਾ ਕੋਈ ਆਰਟਿਸਟ ਗੀਤ ਗਾਵੇ, ਤੇ ਹੁਣ ਤੁਸੀਂ ਗੀਤਕਾਰੀ ਨੂੰ ਛੱਡ ਦਿੱਤਾ ਹੈ ਕਿ ਡਾਇਰੈਕਟਰੀ ਦਾ ਹੀ ਰਾਹ ਫੜ ਲਿਆ? ਨਹੀਂ, ਮੈਂ ਗੀਤਕਾਰੀ ਨੂੰ ਨਹੀਂ ਛੱਡਿਆ। ਮੈਂ ਗੀਤ ਲਿਖਦਾ, ਮੇਰੀਆਂ ਫਿਲਮਾਂ ਦੇ ਵਿੱਚ ਮੇਰੇ ਲਿਖੇ ਗੀਤ ਹੁੰਦੇ ਨੇ, ਇਸ ਕਰਕੇ ਮੈਂ ਗੀਤ। ਬਾਕੀ ਗੱਲ ਹੈ ਕਿ ਪਹਿਲਾਂ ਵਾਂਗ ਗੀਤਕਾਰੀ ਮੈਂ ਇਸ ਕਰਕੇ ਨਹੀਂ ਜੁੜਿਆ ਹੋਇਆ ਕਿਉਂਕਿ ਪਹਿਲੀ ਗੱਲ ਤਾਂ ਇੱਕ ਮੇਰੇ ਕੋਲ ਟਾਈਮ ਨਹੀਂਗਾ। ਮੇਰਾ ਮੁੱਖ ਮਕਸਦ, ਮੇਰਾ ਮੁੱਖ ਜਿਹੜਾ ਮੰਜ਼ਿਲ ਆ ਮੇਰੀ, ਉਹ ਫਿਲਮ ਮੇਕਿੰਗ ਆ। ਦੂਸਰੀ ਗੱਲ ਕਿ ਜਿਸ ਤਰ੍ਹਾਂ ਦੇ ਗੀਤ ਮੈਂ ਲਿਖਦਾ ਸੀ ਜਾਂ ਜਿਸ ਤਰ੍ਹਾਂ ਦੇ ਗਾਇਕ ਉਹ ਹੁੰਦੇ ਸੀਗੇ, ਜਿਵੇਂ ਹੰਸਰਾਜ ਹੰਸ, ਸਾਬਰ ਕੋਲ, ਉਹ ਗਾਇਕ ਹੁਣ ਉਸ ਤਰ੍ਹਾਂ ਦੇ ਹੈ ਨਹੀਂ ਗੇ, ਹਨਾ, ਸਰਗਰਮ ਨਹੀਂ ਗੇ।
ਉਸ ਤਰ੍ਹਾਂ ਦੇ ਹੋਰ ਤਰ੍ਹਾਂ ਦੀ ਗਾਇਕੀ ਚੱਲ ਰਹੀ ਹੈ ਉਸ ਕਿਸਮ ਕੀ ਕਹਿਣਾ ਚਾਹੋਗੇ ਜੇ ਇੱਥੇ ਜੇ ਮੈਂ ਗੱਲ ਕਹਾਂ ਅੱਜ ਕੱਲ ਦੀ ਗਾਇਕੀ ਨੂੰ ਲੈ ਕੇ ਕਿ ਅੱਜ ਕੱਲ ਦੇ ਜੇ ਆਪਾਂ ਗੀਤ ਸੁਣੀਏ ਕਹਿੰਦੇ ਨੇ ਯੂਥ ਬਹੁਤ ਜ਼ਿਆਦਾ ਫੋਲੋ ਕਰਦਾ ਔਰ ਮਾੜੀ ਗੱਲ ਮੈਂ ਇਸ ਕਿਸਮ ਦਾ ਮੇਰੀ ਸੋਚ ਵੀ ਨਹੀਂ ਕਿ ਮੈਂ ਇਹ ਕਹਿ ਦਿਆਂ ਕਿ ਅੱਜ ਕੱਲ ਦੀ ਗਾਇਕੀ ਬਹੁਤ ਮਾੜੀ ਆ ਸਾਡੇ ਵੇਲੇ ਬਹੁਤ ਚੰਗੀ ਹੁੰਦੀ ਸੀ ਕਿਉਂਕਿ ਸਾਡਾ ਵੇਲਾ ਮੈਂ ਅੱਜ ਨੂੰ ਵੀ ਸਾਡਾ ਵੇਲਾ ਹੀ ਸਮਝਦਾ ਮੈਂ ਉਸ ਕਿਸਮ ਦਾ ਕੋਈ ਬਜ਼ੁਰਗ ਬੰਦਾ ਨਹੀਂਗਾ ਜਿਹੜਾ ਹੁਣ ਦੇ ਨੌਜਵਾਨਾਂ ਤੇ ਤਵਾ ਲਾਈ ਜਾਵਾਂ ਨਹੀਂ ਮੈਂ ਇਹ ਮੰਨਦਾ ਕਿ ਬਦਲਾਅ ਹੈ ਜਿਹੜਾ ਆਉਂਦਾ ਉਹ ਬਦਲਾਅ ਜ਼ਰੂਰੀ ਹੈ ਜੇ ਬਦਲਾਅ ਇਹ ਪਸੰਦ ਕੀਤਾ ਜਾ ਰਿਹਾ ਤਾਂ ਹੀ ਉਹ ਗੀਤ ਚੱਲ ਰਹੇ ਨੇ ਕਿਸੇ ਦਾ 100 ਮਿਲੀਅਨ ਕਿਸੇ ਦਾ 150 ਮਿਲੀਅਨ ਆ ਤੁਸੀਂ YouTube ਤੇ ਦੇਖੋਗੇ ਉਹ ਸੁਣੇ ਜਾਂਦੇ ਨੇ ਚਾਹੇ ਉਹ ਕਿਸੇ ਵੀ ਸਿੰਗਰ ਦੇ ਉਹਨਾਂ ਦੇ ਮੈਂ ਵਿਰੋਧ ਚ ਨਹੀਂਗਾ ਮੈਂ ਵਿਰੋਧ ਜਿਹੜਾ ਮੈਨੂੰ ਗੱਲ ਨਹੀਂ ਚੰਗੀ ਲੱਗਦੀ ਉਹ ਮੈਨੂੰ ਇਹ ਨਹੀਂ ਚੰਗੀ ਲੱਗਦੀ ਕਿ ਬੇਸੁਰ ਸਿੰਗਰ ਆ ਜਿਹੜੇ ਉਹ ਵੀ ਸਾਡੇ ਹਿੱਟ ਨੇ ਸੁਰ ਨੂੰ ਮੈਂ ਬਹੁਤ ਪਿਆਰ ਕਰਦਾ ਜਾਂ ਸਾਡੇ ਉਹ ਗੀਤਕਾਰ ਜਾਂ ਉਹ ਗੀਤ ਵੀ ਹਿੱਟ ਨੇ ਜਿਹੜੇ ਟੈਕਨੀਕਲੀ ਲਿਖਤੀ ਰੂਪ ਦੇ ਵਿੱਚ ਸਹੀ ਨਹੀਂ ਗੇ ਤੁਸੀਂ ਭਾਵੇਂ ਅੰਗਰੇਜ਼ੀ ਸ਼ਬਦ ਲਿਖੋ ਭਾਵੇਂ ਉਰਦੂ ਦੇ ਸ਼ਬਦ ਲਿਖੋ ਭਾਵੇਂ ਹਿੰਦੀ ਪੰਜਾਬੀ ਕੁਝ ਵੀ ਲਿਖੋ ਪਰ ਗੀਤ ਲਿਖਣ ਦਾ ਨਾ ਇੱਕ ਕਾਇਦਾ ਹੁੰਦਾ ਉਹਦੀ ਇੱਕ ਤੋਲ ਤੁਕਾਂਤ ਹੁੰਦਾ ਉਹ ਹੋਣਾ ਬਹੁਤ ਜ਼ਰੂਰੀ ਹੈ ਜੀ ਸੋ ਜਿਸ ਤਰ੍ਹਾਂ ਤੁਹਾਡੀਆਂ ਫਿਲਮਾਂ ਦੇਖੀਆਂ ਨੇ ਦੇਖਿਆ ਜਾਂਦਾ ਕਿ ਜਿਹੜਾ ਗੈਂਗਸਟਰ ਹੈ ਉਹਨੂੰ ਕੇਂਦਰ ਬਿੰਦੂ ਬਣਾਇਆ ਗਿਆ ਫਿਲਮਾਂ ਦੇ ਵਿੱਚ ਤੇ ਕੀ ਲੱਗਦਾ ਕਿ ਤੁਹਾਡਾ ਇਹ ਮੇਨ ਜਨਰ ਹੀ ਰਹਿਣਾ ਵੀ ਤੁਸੀਂ ਇਹ ਕਿਉਂ ਬਣਾਉਂਦੇ ਹੋ ਇਸ ਤਰ੍ਹਾਂ ਦੀ ਮਤਲਬ ਫਿਲਮਾਂ ਕਿ ਜਿੱਦਾਂ ਹੁਣ ਇਹੀ ਜਨਰ ਰੱਖਣਾ ਤੁਸੀਂ ਆਉਣ ਵਾਲੇ ਟਾਈਮ ਦੇ ਵਿੱਚ ਇਹਦਾ ਕੀ ਕਾਰਨ ਕੋਈ ਗੱਲ ਨਹੀਂ ਜਨਰ ਵਾਲੀ ਕੋਈ ਗੱਲ ਨਹੀਂ ਗੀ ਕੁਝ ਗੱਲਾਂ ਨੇ ਮੈਂ ਕਹਿਣੀਆਂ ਜਿਹੜੀਆਂ ਕੋਈ ਗੱਲ ਮੈਂ ਉਹਨੂੰ ਤੁਸੀਂ ਗੈਂਗਸਟਰ ਫਿਲਮ ਕਹਿ ਸਕਦੇ ਹੋ ਜਾਂ ਉਹਨੂੰ ਰਾਜਨੀਤਿਕ ਫਿਲਮ ਕਹਿ ਸਕਦੇ ਹੋ ਜਾਂ ਉਹਨੂੰ ਐਕਸ਼ਨ ਫਿਲਮ ਕਹਿ ਸਕਦੇ ਹੋ ਮੈਂ ਆਪਣੇ ਤਰ੍ਹਾਂ ਦਾ ਸਿਨੇਮਾ ਬਣਾ ਰਿਹਾ ਜੀ ਔਰ ਤੁਹਾਨੂੰ ਇਸ ਗੱਲ ਦਾ ਵੀ ਪਤਾ ਹੋਣਾ ਕਿ ਇਸ ਕਿਸਮ ਦਾ ਸਿਨੇਮਾ ਬਣਾਉਣ ਵਾਲੇ ਪੰਜਾਬ ਦੇ ਵਿੱਚ ਬਹੁਤ ਘੱਟ ਮੇਕ ਕਰਨੇ ਬਿਲਕੁਲ ਜੀ ਤੁਸੀਂ ਕੋਈ ਬੰਦਾ ਕਮੇਡੀ ਫਿਲਮਾਂ ਬਣਾ ਰਿਹਾ ਕੋਈ ਕੁਝ ਕਰ ਰਿਹਾ ਕੋਈ ਕੁਝ ਕਰ ਰਿਹਾ ਕੋਈ ਇਮੋਸ਼ਨਲ ਕਹਾਣੀਆਂ ਬਣਾ ਰਿਹਾ ਸਭ ਦਾ ਆਪਣਾ ਆਪਣਾ ਇੱਕ ਟੇਸਟ ਹੁੰਦਾ ਪਰ ਮੇਰੇ ਸਾਰੇ ਤਰ੍ਹਾਂ ਦੇ ਟੇਸਟ ਨੇ ਜੀ ਇਹ ਵੱਖਰੀ ਗੱਲ ਆ ਕਿ ਮੈਂ ਪਹਿਲੀ ਫਿਲਮ ਜੋਰਾ ਬਣਾਈ ਫਿਰ ਜੋਰਾ ਦਾ ਸੈਕੰਡ ਚੈਪਟਰ ਬਣਾਉਣਾ ਹੀ ਪੈਣਾ ਸੀ ਕਿਉਂਕਿ ਉਹਦੀ ਕਹਾਣੀ ਅੱਗੇ ਆ ਉਹਦਾ ਥਰਡ ਪਾਰਟ ਵੀ ਬਣਾਉਣਾ ਆ ਸੀ ਜੀ ਮਰ ਜਾਣੇ ਇੱਕ ਕਹਾਣੀ ਸੀ ਜਿਹੜੀ ਮੇਰੇ ਨਾਲ ਪ੍ਰੋਡਿਊਸਰ ਨੇ ਜਦੋਂ ਮੇਰੇ ਨਾਲ ਡਿਸਕਸ ਕੀਤੀ ਕਿ ਫਿਲਮ ਮੈਨੂੰ ਸਾਈਨ ਕੀਤਾ ਤੇ ਸਿੱਪੀ ਗਿੱਲ ਵੀ ਉਹਨਾਂ ਕੋਲੇ ਸਾਈਨ ਸੀ ਤੇ ਮੈਂ ਸਿੱਪੀ ਨੂੰ ਇਹ ਪਹਿਲਾਂ ਸੁਣਾਈ ਵੀ ਸੀ ਕਹਾਣੀ ਕਿ ਮਰ ਜਾਣੇ ਮੈਂ ਤੁਹਾਡੇ ਨਾਲ ਬਣਾਵਾਂਗਾ ਤਾਂ ਉਹ ਇਹ ਫਿਲਮ ਬਣਨ ਦਾ ਸਬੱਬ ਬਣਿਆ ਅਦਰਵਾਈਜ਼ ਮੇਰੀ ਫਿਲਮਾਂ ਜਿਹੜੀ ਉਹ ਇੱਕ ਪੰਜਾਬ ਦਾ ਜਿਹੜਾ ਖਾੜਕੂ ਲਹਿਰ ਸੀ ਉਹਦੇ ਬਾਰੇ ਵੀ ਮੈਂ ਇੱਕ ਫਿਲਮ ਕਰ ਰਿਹਾ ਹੈਗਾ ਜੀ ਉਸ ਤੋਂ ਇਲਾਵਾ ਮੈਂ ਇੱਕ ਪੰਜਾਬ ਦੀ ਪੁਰਾਣੀ ਪਿੰਡੂ ਜਿਹੜਾ ਰਹਿਣ ਸਹਿਣ ਸੀਗਾ ਉਹਦੇ ਬਾਰੇ ਵੀ ਮੈਂ ਇੱਕ ਫਿਲਮ ਕਰ ਰਿਹਾ 1960-70 ਦੇ ਟਾਈਮ ਦੀ ਇੱਕ ਸੱਭਿਆਚਾਰਕ ਫਿਲਮ ਆ ਉਹ ਹਨਾ ਮੈਂ ਸਾਰੇ ਤਰ੍ਹਾਂ ਦੀਆਂ ਹੀ ਫਿਲਮਾਂ ਬਣਾਉਣੀਆਂ ਚਾਹੁੰਦਾ ਪਰ ਮੇਰੀ ਪਛਾਣ ਇਸ ਤਰ੍ਹਾਂ ਦੀ ਇਹ ਬਣ ਗਈ ਲੋਕਾਂ ਨੂੰ ਦੇ ਵਿੱਚ ਇਹ ਚੰਗੀ ਗੱਲ ਆ ਪਛਾਣ ਬਣਾਉਣੀ ਬਹੁਤ ਔਖੀ ਗੱਲ ਆ ਮੇਰੀ ਤਾਂ 2-3 ਫਿਲਮਾਂ ਨਾਲ ਹੀ ਬਣ ਗਈ ਮੈਂ ਬਹੁਤ ਖੁਸ਼ ਹਾਂ ਬਹੁਤ ਵਧੀਆ ਕਿਉਂਕਿ ਬਹੁਤ ਟਾਈਮ ਲੱਗ ਜਾਂਦਾ ਕਰਨ ਤੇ ਤੁਸੀਂ ਆਉਣ ਸਾਰੀ ਧਮਾਲਾਂ ਪਾਤੀਆਂ ਪੂਰੀ ਇੰਡਸਟਰੀ ਦੇ ਵਿੱਚ ਬਹੁਤ ਵੱਡੀ ਗੱਲ ਹੈ ਔਰ ਉੱਥੇ ਹੁਣ ਜੇ ਗੱਲ ਕਰ ਲਈਏ ਤਾਂ ਕਈ ਪੰਜਾਬੀ ਇੰਡਸਟਰੀ ਦੇ ਕਲਾਕਾਰਾਂ ਨੇ ਗੀਤ ਵੀ ਗਾਏ ਨੇ ਕਿਸਾਨੀ ਸੰਘਰਸ਼ ਨੂੰ ਸਮਰਪਿਤ ਔਰ ਫਿਲਮ ਵੀ ਆਈ ਹੈ ਔਰ ਉਸ ਸੰਬੰਧੀ ਤੁਹਾਡੇ ਮਨ ਦੇ ਵਿੱਚ ਕੋਈ ਵਿਚਾਰ ਵੀ ਇਸ ਤਰ੍ਹਾਂ ਦੀ ਵੀ ਕੋਈ ਫਿਲਮ ਹੋਣੀ ਚਾਹੀਦੀ ਹੈ ਮੈਂ ਕਿਸਾਨੀ ਜਦੋਂ ਇਹ ਲੰਘ ਗਿਆ ਸਾਰਾ ਕੁਝ ਨਾ ਥੋੜਾ ਟਾਈਮ ਪਾ ਕੇ ਬਣਾਵਾਂਗੇ ਕਿਉਂਕਿ ਅਸੀਂ ਨਾ ਤਾਂ ਕੋਈ ਇਮੋਸ਼ਨਲ ਬਲੈਕਮੇਲ ਕਰਨਾ ਦਰਸ਼ਕਾਂ ਨੂੰ ਨਾ ਹੀ ਅਸੀਂ ਕੋਈ ਪੈਸੇ ਕਮਾਉਣ ਖਾਤਰ ਇਹ ਕਰਨਾ ਕਿ ਉਹ ਭਾਵੁਕ ਨੇ ਤਾਂ ਕਿਸਾਨੀ ਦੀਆਂ ਸਮੱਸਿਆਵਾਂ ਹਮੇਸ਼ਾ ਹੀ ਰਹੀਆਂ ਨੇ ਉਹ ਕਿਸਾਨ ਅੰਦੋਲਨ ਹੁਣ ਹੋਇਆ ਇਹ ਵੱਖਰੀ ਗੱਲ ਜੀ ਬਿਲਕੁਲ ਪਰ ਕਿਸਾਨੀ ਹਮੇਸ਼ਾ ਹੀ ਸਮੱਸਿਆਵਾਂ ਸ਼ੁਰੂ ਤੋਂ ਹੀ ਸਮੱਸਿਆ ਤੋਂ ਤੁਸੀਂ ਮਰ ਜਾਣੇ ਦੇ ਵਿੱਚ ਵੀ ਦੇਖੋਗੇ ਤਾਂ 3-4 ਜਗ੍ਹਾ ਕਿਸਾਨੀ ਦੀਆਂ ਸਮੱਸਿਆਵਾਂ ਦਾ ਮੈਂ ਜ਼ਿਕਰ ਕੀਤਾ ਜਦੋਂ ਕਿ ਮਰ ਜਾਣੇ ਦੇ ਸ਼ੂਟ ਤੋਂ ਬਾਅਦ ਕਿਸਾਨ ਅੰਦੋਲਨ ਸ਼ੁਰੂ ਹੋਇਆ ਤਾਂ ਮਰ ਜਾਣੇ ਲਾਕਡਾਊਨ ਕਰਕੇ ਰੁਕੀ ਰਹੀ ਅਦਰਵਾਈਜ਼ 2019 ਦੇ ਵਿੱਚ 6 ਮਾਰਚ ਨੂੰ ਇਹਦਾ ਮੈਂ ਸ਼ੂਟ ਆ ਜਿਹੜਾ ਉਹ ਕੰਪਲੀਟ ਕਰ ਲਿਆ ਸੀ ਔਰ ਕਿਸਾਨ ਅੰਦੋਲਨ ਉਦੋਂ ਬਾਅਦ ਸ਼ੁਰੂ ਹੁੰਦਾ ਪਰ ਕਿਉਂਕਿ ਮੈਂ ਇੱਕ ਪੰਜਾਬੀ ਆ ਮੈਂ ਇੱਕ ਜਾਗਰੂਕ ਪੰਜਾਬੀ ਆ ਇੱਕ ਕਿਸਾਨ ਦਾ ਪੁੱਤ ਆ ਇਸ ਕਰਕੇ ਮੈਨੂੰ ਪਤਾ ਕਿ ਇਹ ਸਮੱਸਿਆਵਾਂ ਨੇ ਉਹ ਫਿਲਮਾਂ ਦੇ ਵਿੱਚ ਮੇਰੀਆਂ ਚ ਆਉਂਦੀਆਂ ਹੀ ਰਹਿੰਦੀਆਂ ਨੇ ਕਿਸਾਨੀ ਦੀਆਂ ਸਮੱਸਿਆਵਾਂ ਪਰ ਕਿਸਾਨ ਅੰਦੋਲਨ ਦੇ ਬਾਰੇ ਮੈਂ ਇੱਕ ਬਾਕਾਇਦਾ ਫਿਲਮ ਬਣਾਉਂਗਾ ਥੋੜਾ ਚਿਰ ਠਹਿਰ ਕੇ ਹੁਣ ਜਿਹੜੇ ਕਲਾਕਾਰ ਲੋਕ ਨੇ ਉਹਨਾਂ ਕੋਲੇ ਬਹੁਤ ਪੈਸੇ ਨੇ ਪਰ ਉਹਨਾਂ ਦਾ ਪੈਸਾ ਉਹਨਾਂ ਨੂੰ ਟਿਕਣ ਨਹੀਂ ਦਿੰਦਾ ਉਹਨਾਂ ਨੂੰ ਲੱਗਦਾ ਕਿ ਕਿਉਂਕਿ ਉਹਨਾਂ ਦੇ ਰਾਜਨੀਤਿਕ ਲੋਕਾਂ ਨਾਲ ਵੀ
ਸੰਪਰਕ 'ਚ ਹੁੰਦੇ ਨੇ, ਉਹਨਾਂ ਦੇ ਰੈਲੀਆਂ 'ਚ ਜਾਂਦੇ ਨੇ ਉਹ, ਹਨਾ। ਔਰ ਰਾਜਨੀਤਿਕ ਲੋਕਾਂ ਨਾਲ ਉਹ ਇਸ ਕਰਕੇ ਵੀ ਬਣਾ ਕੇ ਰੱਖਦੇ ਨੇ ਕਿਉਂਕਿ ਉਹਨਾਂ ਨੂੰ ਇਨਕਮ ਟੈਕਸ ਦੀਆਂ ਰੇਡਾਂ ਦਾ ਬਹੁਤ ਡਰ ਹੁੰਦਾ, ਹਨਾ। ਇਸ ਕਰਕੇ ਉਹ ਰਾਜਨੀਤਿਕ ਲੋਕ ਉਹਨਾਂ ਦੇ ਕੰਮ ਆਉਂਦੇ ਨੇ। ਉਹ ਹੌਲੀ ਹੌਲੀ ਉਹਨਾਂ ਨੂੰ ਲੱਗਦਾ ਹੈ ਕਿ ਬਾਕੀ ਚੌਧਰਾਂ ਜਿਹੜੀਆਂ ਹੁਣ ਉਹ ਛੋਟੀਆਂ ਰਹਿ ਗਈਆਂ, ਹੁਣ ਆਪਾਂ ਸਿੱਧੇ ਹੀ ਕਿਸੇ ਨਾ ਕਿਸੇ ਪਾਰਟੀ ਨੂੰ ਜੁਆਇਨ ਕਰਕੇ MLA MP ਬਣਦੇ ਆ, ਔਰ ਕੋਸ਼ਿਸ਼ ਵੀ ਕਰਦੇ ਨੇ ਇਹਦੇ 'ਚ। ਕਈ ਕਾਮਯਾਬ ਹੋ ਜਾਂਦੇ ਨੇ, ਕਈ ਨਹੀਂ ਹੁੰਦੇ। ਇਹ ਕੋਈ ਮਾੜੀ ਗੱਲ ਨਹੀਂ। ਮਾੜੀ ਗੱਲ ਇਹ ਆ, ਮੈਂ ਪਹਿਲੀ ਗੱਲਬਾਤ 'ਚ ਵੀ, ਕਿ ਤੁਸੀਂ ਕਿਸ ਵਿਚਾਰਧਾਰਾ ਦੀ ਰਾਜਨੀਤੀ ਨੂੰ ਫੋਲੋ ਕਰਦੇ ਹੋ ਜੀ। ਹੁਣ ਸ਼ਰੇਆਮ ਤੁਹਾਨੂੰ ਸਾਨੂੰ ਇਹ ਗੱਲ ਪਤਾ ਕਿ ਆਹ ਪਾਰਟੀ ਹੈ ਜਿਹੜੀ ਇਹ ਦੇਸ਼ ਤੇ ਰਾਜ ਕਰ ਰਹੀ ਆ, ਔਰ ਇਹ ਲੋਕ ਵਿਰੋਧੀ ਪਾਰਟੀ। ਜਾਂ ਪਾਰਟੀ ਪੰਜਾਬ ਤੇ ਰਾਜ ਕਰ ਰਹੀ ਆ, ਇਹ ਲੋਕ ਵਿਰੋਧੀ ਪਾਰਟੀ। ਸਾਡਾ ਗਾਇਕ ਆ ਜਿਹੜਾ ਉਹ ਲੋਕਾਂ ਦਾ ਗਾਇਕ ਹੁੰਦਾ, ਲੋਕਾਂ ਦਾ ਬਣਾਇਆ ਗਾਇਕ ਹੁੰਦਾ, ਲੋਕਾਂ ਦੇ ਵਿਆਹਾਂ 'ਚ ਪ੍ਰੋਗਰਾਮ ਲਾ ਕੇ ਉਹਨੇ ਪੈਸੇ ਕਮਾਏ ਹੁੰਦੇ ਆ। ਉਹ ਸਾਨੂੰ ਲੋਕਾਂ ਨੂੰ ਜਦੋਂ ਸਟੇਜ ਤੇ ਬੋਲਦਾ ਹੁੰਦਾ ਮੇਰੇ ਰੱਬ ਵਰਗੇ ਸਰੋਤਿਆਂ ਦੇ ਫਲਾਨਾ ਢਗਾਣਾ ਜੋ ਕੁਛ ਕਰਦਾ, ਉਹ ਇੱਕਦਮ ਛੱਡ ਕੇ ਉਸ ਲੋਕ ਵਿਰੋਧੀ ਪਾਰਟੀ ਦਾ ਉਮੀਦਵਾਰ ਬਣ ਜਾਂਦਾ। ਇਹ ਮਾੜੀ ਗੱਲ। ਬਿਲਕੁਲ। ਤੁਸੀਂ ਸਹੀ ਵਿਚਾਰਧਾਰਾ ਦੀ ਚੋਣ ਕਰ ਲਓ ਕਿ ਯਾਰ ਇਹ ਪਾਰਟੀ ਠੀਕ ਆ, ਬੇਸ਼ੱਕ ਇਹ ਰਾਜ ਨਹੀਂ, ਪਰ ਕਿਉਂਕਿ ਚਾਹੀਦੀ ਸੱਤਾ ਹੈ, ਉਹਨਾਂ ਨੂੰ ਇਹੋ ਜਿਹੀ ਪਾਰਟੀ 'ਚੋਂ ਸ਼ਾਮਲ ਹੀ ਨਹੀਂ ਹੋਣਾ ਚਾਹੁੰਦੇ ਜਿਹਦੇ 'ਚ ਉਹਨਾਂ ਨੂੰ ਇਹ ਲੱਗੇ ਵੀ ਇਹਦਾ ਰਾਜ ਨਹੀਂ ਆਊਗਾ, ਜਾਂ ਜਿਹਦੇ 'ਚ ਉਹਨਾਂ ਨੂੰ ਇਹ ਲੱਗੇ ਕਿ ਇਹ ਹੋ ਸਕਦਾ ਯਾਰ ਨਾ ਹੀ ਜਿੱਤੇ। ਬਿਲਕੁਲ, ਹਨਾ। ਜਦੋਂ ਉਹਨਾਂ ਨੂੰ ਕਲੀਅਰ ਆ, ਜੇ ਕੋਈ ਬੰਦਾ ਬੀਜੇਪੀ 'ਚ ਸ਼ਾਮਲ ਹੁੰਦਾ, ਕੋਈ ਸਿੰਗਰ, ਤਾਂ ਉਹਨੂੰ ਇਹ ਗੱਲ ਕਲੀਅਰ ਆ ਕਿ ਬੀਜੇਪੀ ਰਾਜ ਕਰ ਰਹੀ ਹੈ ਤੇ ਬੀਜੇਪੀ ਰਾਜ ਕਰੂਗੀ। ਇਸ ਕਰਕੇ ਹਰੇਕ ਬੰਦਾ ਜਿਹੜਾ ਹੈਗਾ ਉਹ ਵੱਡੇ ਜਹਾਜ਼ 'ਚ ਚੜ੍ਹਨਾ ਚਾਹੁੰਦਾ। ਜਿਹੜੀ ਬੇੜੀ ਬਾਰੇ ਉਹਨਾਂ ਨੂੰ ਸ਼ੰਕਾ ਹੋਵੇ ਵੀ ਇਹ ਡੁੱਬ ਵੀ ਸਕਦੀ ਹੈ, ਉਹਦੇ 'ਚ ਕੋਈ ਨਹੀਂ ਚੜ੍ਹਦਾ। ਇਹੀ ਸਭ ਤੋਂ ਮਾੜੀ ਗੱਲ ਆ। ਮਾੜੀ ਗੱਲ ਰਾਜਨੀਤੀ 'ਚ ਜਾਣਾ ਨਹੀਂਗਾ, ਮਾੜੀ ਗੱਲ ਕਿਸ ਰਾਜਨੀਤੀ 'ਚ ਜਾ ਰਹੇ ਹੋ ਤੁਸੀਂ। ਤੁਸੀਂ ਪਛੜੇ ਹੋਏ ਲੋਕਾਂ 'ਚੋਂ ਪੈਦਾ ਹੁੰਦੇ ਹੋ, ਤੁਸੀਂ ਗਰੀਬ ਮਜ਼ਦੂਰ ਘਰਾਂ 'ਚੋਂ ਪੈਦਾ ਹੁੰਦੇ ਹੋ, ਤੁਹਾਡੇ ਕੋਲ ਬਹੁਤ ਪੈਸੇ ਆ ਜਾਂਦੇ ਨੇ, ਤੁਸੀਂ ਉਹਨਾਂ ਦੇ ਵਿਰੋਧ 'ਚ ਖੜੀ ਪਾਰਟੀ 'ਚ ਸ਼ਾਮਲ ਹੋ ਜਾਂਦੇ। ਇਹ ਗਲਤ ਗੱਲ। ਬਾਕੀ ਤਾਂ ਰਾਜਨੀਤੀ ਬੰਦਿਆਂ ਨੇ ਹੀ ਕਰਨੀ ਆ, ਗਾਇਕੀ ਵੀ ਬੰਦਿਆਂ ਨੇ ਹੀ ਕਰਨੀ, ਉਹ ਕੋਈ ਮਾੜੀ ਗੱਲ ਨਹੀਂ। ਪੰਜਾਬ ਦੀ ਰਾਜਨੀਤਿਕ ਪਾਰਟੀਆਂ ਜਿਸ ਤਰ੍ਹਾਂ ਟਵੀਟਸ ਹੁੰਦੇ ਨੇ, ਐਲਾਨ ਹੁੰਦੇ, ਜੇ ਆਪਾਂ ਉਧਰਲੀ ਸਾਈਡ ਤੋਂ ਗੱਲ ਕਰ ਲਈਏ ਤਾਂ ਇਹ ਲੱਗਦਾ ਕਿ ਲੋਕ ਐਂਟਰਟੇਨਮੈਂਟ ਹੀ ਉਧਰੋਂ ਕਰ ਰਹੇ ਨੇ। ਕਹਿੰਦੇ ਪਾਰਟੀਆਂ ਐਂਟਰਟੇਨਮੈਂਟ ਕਰਾ ਰਹੀਆਂ, ਕੋਈ ਕੀ ਬਿਆਨ, ਕੋਈ ਠੋਕੋ ਤਾਲੀ, ਕੋਈ ਕਿਸ ਤਰ੍ਹਾਂ ਦੇ ਬਿਆਨ ਆਉਂਦੇ ਨੇ, ਤੁਸੀਂ ਕਿਵੇਂ ਦੇਖਦੇ ਹੋ? ਹਾਂ ਜੀ, ਇਹ ਬਹੁਤ ਹਾਸੇ ਵਾਲੀ ਗੱਲ ਆ, ਕਿਉਂਕਿ ਅਸਲ 'ਚ ਹੈ ਵੀ ਇੰਜੋਏ ਇਹ ਵਾਲਾ ਸਾਰਾ ਕੁਝ ਬਹੁਤ ਫਨੀ, ਜਿਹਨੂੰ ਕਹਿੰਦੇ ਹੁੰਦੇ ਅੱਜ ਕੱਲ੍ਹ ਦੇ ਬੱਚੇ ਕਿ ਵੈਰੀ ਫਨੀ। ਇਹ ਬਹੁਤ ਫਨੀ ਆ ਸਾਰਾ ਕੁਝ, ਕਿਉਂਕਿ ਜਦੋਂ ਦਾ ਸੋਸ਼ਲ ਮੀਡੀਆ ਐਕਟਿਵ ਹੋਇਆ, ਜਦੋਂ ਦੇ ਟ੍ਰੋਲ ਬਣਨ ਲੱਗੇ ਆ, ਜਦੋਂ ਦੇ ਮੀਮਸ ਬਣਨ ਲੱਗੇ ਆ, ਤਾਂ ਸਭ ਤੋਂ ਵੱਧ ਜਿਹੜਾ ਮਟੀਰੀਅਲ ਆ ਉਹ ਰਾਜਨੀਤਿਕ ਲੋਕ ਹੀ ਪ੍ਰੋਵਾਈਡ ਕਰਦੇ ਆ ਮੀਮਸ ਨੂੰ ਐਂਡ ਟ੍ਰੋਲਸ ਨੂੰ। ਜੇ ਰਾਜਨੀਤਿਕ ਲੋਕ ਨਾ ਹੋਣ ਤਾਂ ਵਿਚਾਰੇ ਟ੍ਰੋਲਸ ਅਤੇ ਮੀਮਸ ਬਣਾਉਣ ਵਾਲੇ ਵੈਸੇ ਹੀ ਮਤਲਬ ਵਿਹਲੇ ਹੋ ਜਾਣ। ਹੁਣ ਰਾਜਨੀਤਿਕ ਲੋਕ ਆ ਜਿਹੜੇ ਉਹ ਇਸ ਕਿਸਮ ਦੀਆਂ ਜਿਹੜੀਆਂ ਨੇ ਗੱਲਾਂ ਕਰਦੇ ਨੇ, ਉਹ ਤੋਂ ਪਤਾ ਲੱਗਦਾ ਹੁੰਦਾ ਨਾ ਕਿ ਉਹ ਕਿਸ ਪਾਰਟੀ ਦੇ ਨੇ, ਔਰ ਜਿਸ ਪਾਰਟੀ ਦੇ ਇਹੋ ਜਿਹੇ ਲੋਕ ਨੇ ਤਾਂ ਉਹ ਪਾਰਟੀ ਕਿਹੋ ਜਿਹਾ ਰਾਜ ਕਰੂਗੀ ਜਾਂ ਉਹ ਕਿਹੋ ਜਿਹੀ ਸਰਕਾਰ ਬਣਾਊਗੀ, ਇਹ ਲੋਕਾਂ ਨੂੰ ਸਮਝਣਾ ਚਾਹੀਦਾ ਹੈ ਨਾ। ਪਰ ਸਾਡੇ ਲੋਕ ਬਹੁਤ ਭੋਲੇ ਨੇ, ਸਾਡੇ ਲੋਕ ਨਾ ਇਸ ਗੱਲ ਬਾਰੇ ਬਹੁਤੇ ਸਮਝਦਾਰ ਨਹੀਂ ਗੇ। ਉਹ ਪਤਾ ਕੀ ਕਰ ਰਹੇ, ਪਿਛਲੇ ਕਿਸਾਨ ਅੰਦੋਲਨ ਵੇਲੇ ਵੀ ਮੈਂ ਦੇਖਿਆ, ਕਿਸਾਨ ਅੰਦੋਲਨ ਲਈ ਉਹ ਇੱਥੋਂ ਟਰਾਲੀਆਂ ਭਰ ਦਿੱਲੀ ਚਲੇ ਗਏ। ਜਦੋਂ ਵੋਟਾਂ ਅਨਾਉਂਸ ਹੋਈਆਂ ਪੰਜਾਬ ਦੀਆਂ, ਤਾਂ ਉਹੀ ਲੋਕ ਜਿਹੜੇ ਉੱਥੇ ਕਿਸਾਨ ਅੰਦੋਲਨ 'ਚ ਬੈਠੇ ਸੀ, ਉਹ ਇੱਥੇ ਪੰਜਾਬ ਦੀਆਂ ਉਹਨਾਂ ਰਾਜਨੀਤਿਕ ਪਾਰਟੀਆਂ ਦੇ ਅੰਦੋਲਨਾਂ 'ਚ ਜਾ ਕੇ ਬਹਿੰਦੇ ਸੀ ਜਿਹੜੀਆਂ ਉਸ ਕਿਸਾਨ ਬਿੱਲ ਨੂੰ ਪਾਸ ਕਰਾਉਣ ਦੇ ਹੱਕ 'ਚ ਸੀ। ਜੀ ਬਿਲਕੁਲ, ਮੈਂ ਤਸਵੀਰਾਂ ਵੀ ਦੇਖੀਆਂ, ਖਬਰਾਂ ਦੇ ਵਿੱਚ ਵੀ ਆਪਾਂ ਦੇਖਿਆ ਨਾ ਕਿ ਇੱਕ ਪੰਜਾਬ ਦਾ ਨੇਤਾ ਜਿਹੜਾ ਉਹ ਟਰਾਲੀ ਟਰੈਕਟਰ ਲੈ ਕੇ ਜਾ ਰਿਹਾ, ਤੇ ਲੋਕ ਸੜਕਾਂ ਤੇ ਖੜੇ ਪਿੰਡ 'ਚ ਉਹਦੇ ਟਰੈਕਟਰਾਂ ਟਰਾਲੀ ਵਾਲਾ ਜਿਹੜਾ ਉਹਦਾ ਕਾਫਲਾ ਉਹਦੇ ਮੂਹਰੇ ਹੱਥ ਜੋੜੀ ਖੜੇ ਆ। ਉਹੀ ਲੋਕ ਆ ਜਿਹੜੇ ਉਹ ਕਿਸਾਨ ਅੰਦੋਲਨ 'ਚ ਵੀ ਗਏ। ਉਹ ਲੋਕ ਇਹ ਨਹੀਂ ਸੋਚ ਰਹੇ ਕਿ ਆਹ ਜਿਹੜਾ ਲੀਡਰ ਨੂੰ ਅਸੀਂ ਹੱਥ ਜੋੜ ਰਹੇ ਹਾਂ, ਇਹ ਉਹ ਲੀਡਰ ਆ ਜਿਸ ਪਾਰਟੀ ਨੇ ਇਹ ਪਹਿਲਾਂ ਇਹ ਕਿਹਾ ਸੀ ਕਿ ਕਿਸਾਨੀ ਜਿਹੜੇ ਬਿੱਲ ਨੇ ਇਹ ਕਿਸਾਨਾਂ ਦੇ ਹੱਕ 'ਚ ਨੇ। ਉਹ ਬਾਅਦ 'ਚ ਵਿਰੋਧ ਹੋਇਆ ਤਾਂ ਫਿਰ ਉਹ ਬਦਲ ਗਏ, ਪਰ ਉਹਨਾਂ ਦੇ ਉਹ ਬਿਆਨ ਵੀ ਹੈਗੇ ਆ। ਇਸ ਕਰਕੇ ਸਾਡੇ ਲੋਕਾਂ ਨੂੰ ਇਹ ਗੱਲ ਥੋੜੀ ਸੋਚਣੀ ਚਾਹੀਦੀ ਹੈ। ਉੱਥੇ ਹੁਣ ਜੇ ਗੱਲ ਕਰ ਲਈਏ, ਆਪਾਂ ਜਿੱਤ ਚੁੱਕੇ ਆ, ਬਹੁਤ ਵੱਡੀ ਗੱਲ ਆ, ਸਾਡੀ ਇਤਿਹਾਸਿਕ ਜਿੱਤ ਹੈ ਨਾ, ਸਭ ਨੂੰ ਯਾਦ ਰਹਿਣਾ ਉਹ ਸਾਡੀਆਂ ਕੁਰਬਾਨੀਆਂ, ਉਹ ਕਦੇ ਨਹੀਂ ਭੁੱਲ ਸਕਦੇ ਆਪਾਂ। ਕਿਉਂਕਿ ਹੁਣ ਹਰ ਕੋਈ ਇਹ ਕਹਿੰਦਾ ਹੈ, ਹਰ ਕੋਈ
ਕੋਈ ਕਹਿੰਦਾ ਸਾਡਾ ਯੋਗਦਾਨ, ਹੁਣ ਪੋਲੀਟੀਕਲ ਪਾਰਟੀਆਂ ਵੀ ਅੱਗੇ ਆ ਗਈਆਂ। ਉਹ ਐਂ ਹੀ ਹੁੰਦਾ ਨਾ, ਉਹ ਕਹਿੰਦੇ ਹੁੰਦੇ ਆ ਕਿ ਸਫਲਤਾ ਦੇ 100 ਬਾਪ ਹੁੰਦੇ ਆ। ਜਦੋਂ ਕੋਈ ਸਫਲ ਹੋ ਗਿਆ ਨਾ, ਜੇ ਤੁਸੀਂ ਕੋਈ ਸਫਲ ਹੋ ਗਏ ਤਾਂ ਤੁਹਾਨੂੰ ਹਰ ਕੋਈ ਜਿਹੜਾ ਮਾੜਾ ਮੋਟਾ ਜਾਣਦਾ ਉਹ ਤੁਹਾਨੂੰ ਕਹੂਗਾ ਕਿ ਤੂੰ ਮੇਰੇ ਕਰਕੇ ਸਫਲ ਹੋਈ ਆ, ਤੂੰ ਫਲਾਨੀ ਗੱਲ ਮੇਰੇ ਕਰਕੇ, ਤੇਰਾ ਕੰਮ ਮੇਰੇ ਕਰਕੇ ਹੋਇਆ। ਹੁਣ ਅਸਲ ਗੱਲ ਕੀ ਸੀ ਕਿ ਇਹਦੇ ਪਿੱਛੇ ਵੀ ਰਾਜਨੀਤੀ ਆ ਜਿਹੜੀ। ਜਦੋਂ ਬੀਜੇਪੀ ਦੀ ਸਰਕਾਰ ਨੇ ਇਹ ਗੱਲ ਦੇਖ ਲਈ ਕਿ ਯੂਪੀ ਦੇ ਵਿੱਚ ਅਸੀਂ ਹਾਰਾਂਗੇ, ਯੂਪੀ 'ਚ ਜਿਹੜੀਆਂ ਵਿਰੋਧੀ ਪਾਰਟੀਆਂ ਉਹ ਬਹੁਤ ਜ਼ੋਰ 'ਚ ਨੇ, ਹਨਾ, ਤਾਂ ਉਹਨਾਂ ਨੂੰ ਇਹ ਗੱਲ ਪਤਾ ਲੱਗ ਗਈ ਕਿ ਦੇਸ਼ ਦੇ ਵਿੱਚ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੀਆਂ ਵੋਟਾਂ ਪੈਣਗੀਆਂ ਉਹਨਾਂ ਦੇ ਵਿੱਚ ਬੀਜੇਪੀ ਦੀ ਹਾਲਤ ਖਸਤਾ ਹੋ ਸਕਦੀ ਆ। ਇਸ ਕਰਕੇ ਆਪਦਾ ਆਪ ਬਚਾਉਣ ਦੇ ਲਈ ਪਹਿਲਾਂ ਇਹ ਕੰਮ ਕਰੋ ਕਿ ਕਿਸਾਨੀ ਆ ਜਿਹੜੇ ਬਿੱਲ ਆ ਇਹ ਵਾਪਸ ਲਓ। ਉਹਦੇ 'ਚੋਂ ਹੋਰ ਵੀ ਬਹੁਤ ਸਾਰੇ ਪੁੱਠੇ ਸਿੱਧੇ ਜਿਹੜੇ ਆ ਉਹ ਹੱਥ ਕੰਡੇ ਵਰਤਣਗੇ ਜਿੱਤਣ ਲਈ, ਪਰ ਇਹ ਵੀ ਇੱਕ ਗੱਲ ਸੀ, ਹਨਾ। ਚਲੋ ਕੁਛ ਵੀ ਹੈ, ਆਖਰ ਉਹਨਾਂ ਨੇ ਵਾਪਸ ਤਾਂ ਲਏ, ਹਨਾ, ਇਹ ਵੱਡੀ ਗੱਲ ਹੈ। ਉਹ ਪ੍ਰਧਾਨ ਮੰਤਰੀ ਚਾਹੇ ਕੋਈ ਵੀ ਸ਼ਬਦ ਬੋਲ ਰਿਹਾ ਸੀ ਜਿਹੜੇ ਮੈਨੂੰ ਪਸੰਦ ਨਹੀਂ ਸੀਗੇ, ਉਹਦਾ ਮੂੰਹ ਹੀ ਨਹੀਂ ਸੀ ਮੈਨੂੰ ਪਸੰਦ ਜਿਸ ਤਰੀਕੇ ਨਾਲ ਉਹ ਬੋਲ ਰਿਹਾ ਸੀ, ਪਰ ਮੈਨੂੰ ਇਹ ਗੱਲ ਮੈਂ ਸੁਣ ਰਿਹਾ ਸੀ ਕਿ ਉਹ ਆਫਟਰ ਆਲ ਉਹਨੇ ਇਹ ਤਾਂ ਕਿਹਾ ਕਿ ਅਸੀਂ ਇਹ ਬਿੱਲ ਵਾਪਸ ਲੈ ਲਏ। ਇਸ ਕਰਕੇ ਮੇਰੇ ਲੋਕਾਂ ਦੀ, ਮੇਰੇ ਕਿਸਾਨਾਂ ਦੀ, ਮੇਰੇ ਵੱਡੇ ਵਡੇਰਿਆਂ ਦੀ, ਮੇਰੇ ਹਾਣੀਆਂ ਦੀ, ਮੇਰੇ ਛੋਟਿਆਂ ਦੀ ਜਿੱਤ ਆ, ਔਰ ਮੈਂ ਬਹੁਤ ਭਾਵੁਕ ਹਾਂ ਇਸ ਜਿੱਤ ਬਾਰੇ। ਸੋ ਗਲਤ ਤਾਂ ਗਲਤੀ ਹੁੰਦਾ, ਇੱਕ ਦਿਨ ਕਹਿੰਦੇ ਹੁੰਦੇ ਨੇ ਸੱਚ ਤਾਂ ਸਾਹਮਣੇ ਆ ਹੀ ਜਾਂਦਾ। ਬਿਲਕੁਲ ਬਿਲਕੁਲ, ਮਰਜ਼ੀ ਕੋਈ ਕੋਸ਼ਿਸ਼ ਕਰ ਲਈ। ਸੋ ਪੰਜਾਬੀ ਇੰਡਸਟਰੀ ਦੀ ਜੇ ਗੱਲ ਕਰ ਲਈਏ ਤਾਂ ਉਸ ਸਮੇਂ ਤੋਂ ਲੈ ਕੇ ਤੁਸੀਂ ਲੰਬੇ ਸਮੇਂ ਤੋਂ ਪੰਜਾਬੀ ਇੰਡਸਟਰੀ ਦੇ ਨਾਲ ਜੁੜੇ ਹੋ, ਹੁਣ ਤੱਕ ਤੁਸੀਂ ਚੱਲ ਰਹੇ ਹੋ, ਤਾਂ ਕੀ ਤੁਹਾਡੇ ਕਿੱਦਾਂ ਆਂਕਦੇ ਹੋ ਪੰਜਾਬੀ ਇੰਡਸਟਰੀ ਨੂੰ? ਹੁਣ ਤੋਂ ਪਹਿਲਾਂ ਤੋਂ ਲੈ ਕੇ ਹੁਣ ਤੱਕ ਕੀ ਤੁਹਾਨੂੰ ਇੱਥੇ ਬਦਲਾਅ ਦੇਖਣ ਨੂੰ ਮਿਲੇ ਨੇ? ਬਦਲਾਅ ਉਹੀ ਆ ਜਿਹੜੇ ਦੁਨੀਆ ਦੇ ਵਿੱਚ ਆਏ ਬਦਲਾਅ, ਉਹੀ ਇੰਡਸਟਰੀ 'ਚ, ਕਿਉਂਕਿ ਇੰਡਸਟਰੀ ਆ ਜਿਹੜੀ ਉਹ ਦੁਨੀਆ ਦਾ, ਸਮਾਜ ਦਾ ਹੀ ਹਿੱਸਾ ਹੈ। ਜੋ ਬਦਲਾਅ ਸਮਾਜ 'ਚ ਆਏ ਉਹੀ ਇੰਡਸਟਰੀ 'ਚ ਆਏ, ਹਨਾ। ਉਹ ਰਹਿਣ ਸਹਿਣ ਤੋਂ ਇਲਾਵਾ ਮਤਲਬ ਇੱਕ ਜਿਹੜੀ ਤੁਹਾਡਾ ਪਹਿਰਾਵਾ, ਤੁਹਾਡੀ ਬੋਲ ਚਾਲ, ਸਾਰੀਆਂ ਚੀਜ਼ਾਂ ਜਿਹੜੀਆਂ ਚੇਂਜ ਹੋਈਆਂ ਨੇ, ਉਵੇਂ ਇੰਡਸਟਰੀ ਚੇਂਜ ਹੋਈ ਆ। ਪਰ ਇੱਕ ਗੱਲ ਆ ਜਿਹੜੀ ਉਹ ਮੈਨੂੰ ਦੁੱਖ ਦਿੰਦੀ ਆ, ਉਹ ਇਹ ਹੈ ਕਿ ਇਹ ਜਿਹੜੇ ਕਾਮਯਾਬ ਲੋਕ ਨੇ ਅੱਜ ਦੀ ਇੰਡਸਟਰੀ ਦੇ ਵਿੱਚ, ਗਾਇਕ, ਸਟਾਰ, ਐਕਟਰ, ਇਹ ਵੱਡਿਆਂ ਦਾ ਉਸ ਤਰੀਕੇ ਨਾਲ ਸਤਿਕਾਰ ਨਹੀਂ ਕਰਦੇ ਜਿਵੇਂ ਅਸੀਂ ਆਪਣੇ ਵੱਡਿਆਂ ਦਾ ਕਰਦੇ ਹਾਂ। ਇਹ ਕਿਸੇ ਦਾ ਫੋਨ ਨਹੀਂ ਚੱਕਦੇ, ਹਨਾ, ਕੋਈ ਕਿਸੇ ਦਾ ਜਵਾਬ ਨਹੀਂ ਦਿੰਦੇ, ਇਹ, ਹਨਾ, ਆਪਦੇ ਪ੍ਰਸ਼ੰਸਕਾਂ ਦਾ ਵੀ ਇਹ ਫੋਨ ਨਹੀਂ ਚੱਕਦੇ, ਜਵਾਬ ਨਹੀਂ ਦਿੰਦੇ। ਛੋਟੇ ਜਵਾਕਾਂ ਦਾ ਤਾਂ ਇਹਨਾਂ ਨੇ ਕੀ ਜਵਾਬ ਦੇਣਾ। ਸਾਡੇ ਵਰਗੇ ਵੀ ਆ ਜਿਹੜੇ ਬੰਦੇ, ਹੁਣ ਮੈਂ ਕਿਸੇ ਇਹੋ ਜਿਹੇ ਸਟਾਰ ਨੂੰ ਜਾਂ ਕਿਸੇ ਵੱਡੇ ਗਾਇਕ ਨੂੰ ਜਾਂ ਉਹਨੂੰ ਮੈਂ ਫਿਲਮ ਸੁਣਾਉਣੀ ਹੋਵੇ ਤਾਂ ਉਹ ਮੇਰਾ ਫੋਨ ਨਹੀਂ ਚੱਕਦੇ। ਉਹ ਲੱਖ ਕਰੋੜ ਰੁਪਈਆ ਕਮਾਉਣ, ਵੱਡੀਆਂ ਗੱਡੀਆਂ 'ਚ ਘੁੰਮਣ, ਵੱਡੇ ਘਰਾਂ 'ਚ ਰਹਿਣ, ਵੱਡੇ ਦੇਸ਼ਾਂ ਦੇ ਨਾਗਰਿਕ ਬਣ ਜਾਣ, ਵੱਡੀਆਂ ਵੱਡੀਆਂ ਫਿਲਮਾਂ ਕਰਨ, ਸਾਨੂੰ ਕੋਈ ਪ੍ਰੋਬਲਮ ਨਹੀਂ। ਅਸੀਂ ਉਹਨਾਂ ਦੇ ਲਈ ਹਮੇਸ਼ਾ ਖੈਰ ਮੰਗਦੇ ਹਾਂ। ਪਰ ਉਹਨਾਂ ਨੂੰ ਇਹ ਗੱਲ ਪਤਾ ਹੋਣੀ ਚਾਹੀਦੀ ਹੈ ਕਿ ਕੌਣ ਬੰਦਾ ਕੀ ਅਹਿਮੀਅਤ ਰੱਖਦਾ, ਕੀ ਉਹਦੀ ਸ਼ਖਸੀਅਤ ਆ, ਉਹਦੀ ਗੱਲ ਦੀ ਕੀ ਗੰਭੀਰਤਾ, ਉਹਨੂੰ ਇੱਜ਼ਤ ਕਰਨੀ ਬਹੁਤ ਜ਼ਰੂਰੀ ਹੈ, ਹਨਾ। ਉਹ ਗੱਲ ਤਾਂ ਸੁਣੋ ਤੁਸੀਂ, ਹਨਾ। ਪਿਛਲੇ ਦਿਨਾਂ 'ਚ ਮੇਰੇ ਨਾਲ ਇਹ ਗੱਲ ਹੋਈ ਕਿ ਮੈਂ ਇੱਕ ਗਾਇਕ ਨੂੰ ਇੱਕ ਫਿਲਮ ਸੁਣਾਉਣੀ ਸੀ ਜੀ, ਔਰ ਉਹ ਫਿਲਮ ਜਿੱਦਾਂ ਤੁਸੀਂ ਕਹਿੰਦੇ ਹੋ ਉਹ ਗੈਂਗਸਟਰ ਫਿਲਮ ਨਹੀਂ ਸੀ, ਉਹ ਬੜੀ ਇੱਕ ਪਰਿਵਾਰਕ ਫਿਲਮ ਸੀਗੀ। ਮੈਂ ਉਸ ਬੰਦੇ ਦੇ ਭਰਾ ਨੂੰ 6 ਮਹੀਨੇ ਫੋਨ ਕਰੀ ਗਿਆ, ਹਨਾ। ਉਹ ਕਦੇ ਮੈਨੂੰ ਟਾਲ ਦਿੰਦਾ ਸੀ, ਕਦੇ ਕੁਛ ਕਰ ਦਿੰਦਾ ਸੀ, ਕਦੇ ਕੁਛ ਕਰ ਦਿੰਦਾ ਸੀ। ਇੱਕ ਦਿਨ ਉਹ ਗਾਇਕ ਮੈਨੂੰ ਮਿਲ ਗਿਆ, ਹਨਾ, ਬਹੁਤ ਵੱਡਾ ਸਟਾਰ ਆ ਉਹ ਮੇਰੀ ਫਿਲਮ ਦਾ ਹੀ ਸ਼ੋਅ, ਪ੍ਰੀਮੀਅਰ ਸ਼ੋਅ ਸੀਗਾ, ਉੱਥੇ ਉਹ ਆਇਆ, ਹਨਾ, ਜੋਰਾ ਸੈਕੰਡ ਚੈਪਟਰ ਦਾ। ਬੜੀ ਉਹਨੇ ਤਾਰੀਫ ਕੀਤੀ, ਮੇਰੇ ਬੜੇ ਮਤਲਬ ਮੈਨੂੰ ਇੱਜ਼ਤ ਦੇ ਕੇ ਮਿਲਿਆ, ਹਨਾ। ਤੇ ਮੈਂ ਉਹਨੂੰ ਕਿਹਾ, ਮੈਂ ਕਿਹਾ ਯਾਰ ਵੀ ਮੇਰੀ ਇੱਕ ਕਹਾਣੀ ਆ, ਮੈਂ ਤੁਹਾਨੂੰ ਸੁਣਾਉਣੀ ਚਾਹੁੰਦਾ ਸੀਗਾ ਤੇ ਉਹ ਸੁਣਾ ਨਹੀਂ ਪਾਇਆ ਕਿਉਂਕਿ ਤੁਹਾਡੇ ਬ੍ਰਦਰ ਕੋਲੇ ਗੱਲ ਨਹੀਂ ਹੋ ਸਕੀ। ਉਹ ਮੈਨੂੰ ਕਹਿੰਦਾ ਬਾਈ ਜੀ ਵੀ ਮੈਨੂੰ ਦਿਓ ਤੁਸੀਂ ਆਪਦਾ ਫੋਨ, ਮੈਨੂੰ ਫੋਨ ਕਰਿਓ। ਉਹਨੇ ਮੇਰਾ ਫੋਨ ਫੜ ਕੇ ਦੋਨੇ ਨੰਬਰ ਆਪਦੇ ਮੇਰੇ ਫੋਨ 'ਚ ਫੀਡ ਕਰਤੇ। ਚਲੋ ਉਦੋਂ ਬਾਅਦ ਇਹ 6 ਮਾਰਚ 2019 ਦੀ ਗੱਲ ਆ, ਜਿਸ ਦਿਨ ਮਰ ਜਾਣੇ ਦਾ ਸ਼ੂਟ ਖਤਮ ਹੋਇਆ, ਉਸੇ ਦਿਨ ਹੀ ਜੋਰਾ ਸੈਕੰਡ ਚੈਪਟਰ ਰਿਲੀਜ਼ ਹੋਈ ਸੀ। 20 ਤਰੀਕ ਨੂੰ ਲੋਕਡਾਊਨ ਲੱਗ ਗਿਆ, ਮੈਂ ਬੰਬੇ ਚਲਾ ਗਿਆ ਸੀਗਾ। 20 ਮਾਰਚ ਨੂੰ ਲੋਕਡਾਊਨ ਲੱਗ ਗਿਆ, ਮੈਂ 2-3 ਮਹੀਨੇ ਉੱਥੇ ਰਿਹਾ, ਮਤਲਬ 6 ਮਹੀਨੇ ਹੀ ਰਿਹਾ, ਮੈਂ 6-7 ਮਹੀਨੇ ਰਿਹਾ। ਤੇ ਉਸ ਦੌਰਾਨ ਮੈਂ ਲਿਖਣ ਦਾ ਕੰਮ ਕਰਦਾ ਰਿਹਾ, ਬਾਹਰ ਤਾਂ ਜਾ ਨਹੀਂ ਸੀ ਸਕਦੇ। ਫਿਰ ਮੇਰੇ ਦਿਮਾਗ ਦੇ ਵਿੱਚ ਆਇਆ 2-3 ਮਹੀਨਿਆਂ ਬਾਅਦ ਕਿ ਯਾਰ
ਉਹ ਫੋਨ ਲਿਆ ਸੀਗਾ ਉਹ ਬੰਦੇ ਦਾ, ਉਹਨੂੰ ਫੋਨ ਕਰਕੇ ਹੁਣ ਉਹਨੂੰ ਕਹਾਣੀ ਸੁਣਾਉਂਦੇ ਆ ਤਾਂ ਕਿ ਲੋਕਡਾਊਨ ਜੋ ਖਤਮ ਹੋਇਆ ਤਾਂ ਆਪਾਂ ਫਿਲਮ ਕਰ ਸਕਦੇ ਹਾਂ। ਹੋ ਸਕਦਾ ਉਹ ਬੰਦੇ ਨੂੰ ਪਸੰਦ ਆਵੇ। ਤੁਸੀਂ ਯਕੀਨ ਮੰਨਿਓ, ਮੈਂ 1 ਮਹੀਨਾ ਫੋਨ ਕਰਦਾ ਰਿਹਾ, ਉਹਦੇ ਉਹ 2 ਨੰਬਰ ਜਿਹੜੇ ਉਹ ਆਪਦੇ ਹੱਥਾਂ ਨਾਲ ਮੇਰੇ ਫੋਨ 'ਚ ਫੀਡ ਕਰਕੇ ਗਿਆ ਸੀ, ਉਹਨੇ ਚੱਕਿਆ ਨਹੀਂ ਫੋਨ, ਨਾ ਕਿਸੇ ਮੈਸੇਜ ਦਾ ਜਵਾਬ ਦਿੱਤਾ, ਨਾ ਫੋਨ ਚੱਕਿਆ। ਜਦੋਂ ਮਿਲਦੇ ਆ ਉਦੋਂ ਬਾਈ ਜੀ ਬਾਈ ਜੀ ਬਾਈ ਜੀ ਬਾਈ ਜੀ। ਇਹ ਬਦਤਮੀਜ਼ੀਆਂ ਨੇ, ਅਸੀਂ ਨਹੀਂ ਕਰਦੇ ਕਿਸੇ ਨਾਲ। ਅਸੀਂ ਤਾਂ 15 ਸਾਲ ਦੇ ਬੱਚੇ ਨੂੰ ਵੀ ਉਵੇਂ ਮਿਲਦੇ ਆ ਤੇ 60 ਸਾਲ ਦੇ ਨੂੰ ਵੀ ਉਵੇਂ ਮਿਲਦੇ ਆ, ਅਸੀਂ ਪਿਆਰ ਨਾਲ ਮਿਲਦੇ ਆ। ਪਹਿਲੀ ਮੇਰੀ ਜਿਹੜੀ ਮੁਲਾਕਾਤ ਹੋਊਗੀ, ਪਹਿਲੀ ਗੱਲ ਹੋਊਗੀ, ਉਹ ਤੁਹਾਨੂੰ ਮੈਂ ਪਿਆਰ ਨਾਲ ਹੀ ਗੱਲ ਕਰੂੰਗਾ। ਬਾਅਦ 'ਚ ਕਰਦੇ ਕਿਤੇ ਤੁਹਾਡੇ ਨਾਲ ਮੇਰੀ ਕੋਈ ਵਿਚਾਰਧਾਰਾ ਨਹੀਂ ਮਿਲੀ ਤਾਂ ਮੈਂ ਤੁਹਾਨੂੰ ਕਹਿ ਦੂੰਗਾ ਕਿ ਚਲੋ ਠੀਕ ਆ, ਆਪਾਂ ਨਹੀਂ ਗੱਲ ਕਰਦੇ। ਪਰ ਇਹ ਥੋੜੀ ਆ ਕਿ ਮੈਂ ਕਿਸੇ ਦੀ ਗੱਲ ਹੀ ਨਾ ਸੁਣਾ। ਇਹ ਮੈਨੂੰ ਅੱਜ ਦੇ ਟਾਈਮ 'ਚ ਬਹੁਤ ਬੁਰਾ ਲੱਗਦਾ, ਪਹਿਲਾਂ ਐ ਨਹੀਂ ਸੀ ਹੁੰਦਾ। ਬਿਲਕੁਲ ਇਸ ਤਰ੍ਹਾਂ ਨਾ, ਇੱਕ ਜਿਵੇਂ ਗੱਲ ਕਰ ਲਈ ਇੰਡਸਟਰੀ ਦੇ ਵਿੱਚ ਨਾ ਬੜੀ ਨੈਗੇਟਿਵਿਟੀ ਜੀ ਹੈ, ਤੁਸੀਂ ਆਪ ਫੇਕਿਜ਼ਮ ਆ ਬਹੁਤ ਜ਼ਿਆਦਾ ਨਾ, ਫੇਕ ਆ। ਮਤਲਬ ਉਹਨਾਂ ਨੂੰ ਲੱਗਦਾ ਯਾਰ ਜਿਹੜਾ ਕਿਸੇ ਦਾ ਫੋਨ ਚੱਕ ਲੇ ਉਹ ਸ਼ਾਇਦ ਛੋਟਾ ਸਟਾਰ ਆ, ਜਿਹੜਾ ਕਿਸੇ ਦੇ ਮੈਸੇਜ ਦਾ ਜਵਾਬ ਦੇ ਤੇ ਉਹਨੂੰ ਤਾਂ ਸ਼ਾਇਦ ਕਿਤੇ ਵਿਹਲਾ ਹੀ ਨਾ ਸਮਝਣ। ਬਿਲਕੁਲ ਇਸ ਤਰ੍ਹਾਂ ਦੀਆਂ ਗੱਲਾਂ ਜਿਵੇਂ ਪੰਜਾਬੀ ਇੰਡਸਟਰੀ ਦੇ ਵਿੱਚ ਤੁਹਾਡੇ ਨਾਲ ਵੀ ਇਸ ਤਰ੍ਹਾਂ ਪਰਸਨਲੀ ਵਾਪਰਦੀਆਂ ਹੋਣਗੀਆਂ ਕਿ ਲੱਤਾਂ ਖਿੱਚਣ ਵਾਲਾ ਕੰਮ ਬਹੁਤ ਵਿੱਚ ਤੁਸੀਂ ਤੁਹਾਨੂੰ ਮੈਂ ਦੱਸ ਹੀ ਰਿਹਾ ਨਾ, ਹੋਰ ਵੀ ਆ। ਮਤਲਬ ਇੱਥੇ ਤੁਸੀਂ ਕੋਈ ਕਿਸੇ ਨੂੰ ਤੁਸੀਂ ਫਿਲਮ ਦੇ ਵਿੱਚ ਚਾਂਸ ਦਿੱਤਾ ਹਨਾ, ਕੋਈ ਬੰਦਾ ਤੁਹਾਡਾ ਅਸਿਸਟੈਂਟ ਆ, ਕੋਈ ਬੰਦਾ ਤੁਹਾਡੇ ਨਾਲ ਕੰਮ ਕਰ ਰਿਹਾ, ਉਹ ਜਿਸ ਟਾਈਮ ਕੰਮ ਕਰ ਰਿਹਾ ਉਦੋਂ ਬਾਈ ਜੀ ਬਾਈ ਜੀ ਬਾਈ ਜੀ ਬਾਈ ਜੀ। ਬਾਅਦ ਦੇ ਵਿੱਚ ਉਹ ਆਪਦੀ ਮਤਲਬ ਪ੍ਰਾਪਤੀ ਕਰਨ ਦੇ ਲਈ ਉਹ ਫਲਾਨੀ ਫਿਲਮ, ਉਹ ਤਾਂ ਆਏ, ਉਹ ਤਾਂ ਫਲਾਨਾ, ਉਹ ਤਾਂ ਢਗਾਣਾ, ਕੁਛ ਵੀ ਬੋਲਦੇ ਆ। ਉਹਨਾਂ ਦਾ ਮਕਸਦ ਇਹ ਹੁੰਦਾ ਕਿ ਲੋਕਾਂ ਨੂੰ ਇਹ ਲੱਗਦਾ ਕਿ ਜਿਹੜੇ ਬੰਦੇ ਦੂਜੇ ਨੇ ਨਾ ਉਹ ਸਾਰੇ ਮੂਰਖ ਨੇ, ਮੈਂ ਇਕੱਲਾ ਹੀ ਸਿਆਣਾ। ਇਸ ਕਰਕੇ ਉਹਨਾਂ ਸਾਰਿਆਂ ਤੇ ਨੂੰ ਨਿੰਦ ਕੇ ਮੈਂ ਆਪਦੇ ਆਪ ਨੂੰ ਇਹ ਸਿੱਧ ਕਰ ਸਕਦਾ ਜੀ ਦੇਖੋ ਮੈਂ ਬੜਾ ਵਧੀਆ ਬੰਦਾ, ਤੁਸੀਂ ਮੈਨੂੰ ਕੰਮ ਦਿਓ। ਪਰ ਇਹ ਆਫਟਰ ਆਲ ਪਤਾ ਲੱਗ ਜਾਂਦਾ ਨਾ, ਕਿੰਨਾ ਕੁ ਚਿਰ ਜਿਹਨੂੰ ਕਹਿੰਦੇ ਹੁੰਦੇ ਆ ਵੀ ਕਾਠ ਦੀ ਹਾਂਡੀ ਕਿੰਨਾ ਕੁ ਚਿਰ ਚੜੂਗੀ, ਉਹ ਪਤਾ ਤਾਂ ਲੱਗ ਹੀ ਜਾਂਦਾ। ਪਰ ਉਹ ਇੱਕ ਵਾਰੀ ਨੈਗੇਟਿਵਿਟੀ ਫੈਲਾਉਂਦੇ ਨੇ ਉਹ ਲੋਕ। ਫੈਲਾਉਂਦੇ ਇਹ ਹਰ ਫੀਲਡ ਦੇ ਵਿੱਚ ਹੀ ਇਸ ਤਰ੍ਹਾਂ ਹੁੰਦਾ, ਕਿਤੇ ਵੀ ਅਸੀਂ ਚੱਲ ਜੀ ਤਾਂ ਉੱਥੇ ਨੈਗੇਟਿਵਿਟੀ ਕਰਦੀ ਹੈ। ਜੇ ਕੋਈ ਬੰਦਾ ਅੱਗੇ ਵਧਦਾ ਤਾਂ ਖਿੱਚਣ ਦੀ ਕੋਸ਼ਿਸ਼ ਤਾਂ ਹੁੰਦੀ ਹੈ ਨਾ। ਤੇ ਇਸ ਤਰ੍ਹਾਂ ਹੁਣ ਜਿੱਦਾਂ ਗੱਲ ਕਰ ਲਈਏ ਕਿ ਫਿਲਮ ਸਿਟੀ ਦਾ ਜਿਹੜਾ ਐਲਾਨ ਹੋਇਆ ਸੀ, ਕਿੰਨਾ ਕੁ ਵਧੀਆ ਲੱਗਿਆ ਕਿ ਇਦਾਂ ਲੱਗਦਾ ਕਿ ਐਲਾਨ ਦੀ ਤਰ੍ਹਾਂ ਐਲਾਨ ਹੀ ਰਹਿ ਜਾਣਾ। ਇਹ ਫਿਲਮ ਸਿਟੀ ਦਾ ਐਲਾਨ ਜਿੱਥੋਂ ਤੱਕ ਮੈਨੂੰ ਯਾਦ ਆ ਇਹ ਪਹਿਲਾਂ ਵੀ ਹੋਇਆ ਸੀ, ਕਾਫੀ ਦੇਰ ਪਹਿਲਾਂ ਵੀ ਹੁੰਦੇ ਆ ਰਹੇ ਨੇ ਔਰ ਰੀਸੈਂਟਲੀ। ਪਰ ਇਹਨਾਂ ਦੇ ਵਿੱਚ ਕੱਢਣ ਪਾਉਣ ਨੂੰ ਕੁਝ ਨਹੀਂ ਹੁੰਦਾ। ਇਹ ਬਸ ਐਂ ਹੀ ਹੁੰਦਾ ਕਿ ਇੱਕ ਐਲਾਨ ਆ, ਔਰ ਜਿਹੜੇ ਲੋਕ ਨਵੇਂ ਆਉਂਦੇ ਨੇ, ਮੁੱਖ ਮੰਤਰੀ ਬਣਦਾ ਜਾਂ ਮੰਤਰੀ ਆ, ਕੋਈ ਸੱਭਿਆਚਾਰਕ ਮਾਮਲੇ ਮੰਤਰੀ ਆ, ਉਹਨੂੰ ਲੱਗਦਾ ਹੈ ਕਿ ਮੈਂ ਕਲਾਕਾਰ ਭਾਈਚਾਰੇ ਨੂੰ ਪ੍ਰਭਾਵਿਤ ਕਰਕੇ ਆਪਦੇ ਨਾਲ ਜੋੜ ਲਾਂ। ਉਹ ਇਹੋ ਜਿਹੀਆਂ ਗੱਲਾਂ ਕਰਦਾ ਜਿਹੜੀਆਂ ਕਲਾਕਾਰ ਭਾਈਚਾਰੇ ਨੂੰ ਚੰਗੀਆਂ ਲੱਗਦੀਆਂ। ਮੰਨ ਲਓ ਅਸੀਂ ਸਬਸਿਡੀ ਦੇ ਦਿਆਂਗੇ ਫਿਲਮਾਂ ਖਾਤਰ, ਜਾਂ ਅਸੀਂ ਟੈਕਸ ਮਾਫ ਕਰ ਦਿਆਂਗੇ, ਜਾਂ ਅਸੀਂ ਫਿਲਮ ਸਿਟੀ ਬਣਾ ਦਿਆਂਗੇ, ਜਾਂ ਹੁਣ ਇਹਨਾਂ ਦਿਨਾਂ 'ਚ ਇਹ ਗੱਲ ਜ਼ਿਆਦਾ ਚੱਲਦੀ ਆ ਕਿ ਅਸੀਂ ਜੀ ਕਪੈਸਿਟੀ ਆ ਜਿਹੜੀ ਉਹ 100% ਹੀ ਕਰਤੀ, ਕਿ ਪਹਿਲਾਂ ਕਰੋਨਾ ਕਰਕੇ ਅੱਧੇ ਸਿਨੇਮਿਆਂ 'ਚ ਲੋਕ ਅੱਧੇ ਬਹਿ ਸਕਦੇ ਸੀ, 50%, ਹੁਣ ਅਸੀਂ ਖੋਲ੍ਹਤਾ ਵੀ ਕੋਈ ਨਹੀਂ ਜਾ। ਉਹਦਾ ਮਕਸਦ ਆ ਜਿਹੜਾ ਉਹ ਸਿਰਫ ਕਲਾਕਾਰ ਭਾਈਚਾਰੇ ਨੂੰ ਇੱਕ ਕੁਝ ਸਮੇਂ ਲਈ ਖੁਸ਼ ਕਰਨਾ ਹੀ ਹੁੰਦਾ, ਪਰ ਉਹ ਲੰਮੇ ਸਮੇਂ ਲਈ ਫਿਲਮ ਇੰਡਸਟਰੀ ਜਾਂ ਇਹਨਾਂ ਬਾਰੇ ਕੁਝ ਨਹੀਂ ਕਰਦੀ, ਕੋਈ ਸਰਕਾਰ ਨਹੀਂ ਕਰਦੀ। ਅੱਗੇ ਦੇ ਪ੍ਰੋਜੈਕਟਸ ਨੂੰ ਲੈ ਕੇ ਜਾਣਨਾ ਚਾਹੁੰਦੇ ਆ ਵੀ ਅੱਗੇ ਕੀ ਕਦੋਂ ਆਉਣੇ ਨੇ ਤੁਹਾਡੇ ਪ੍ਰੋਜੈਕਟਸ, ਕਿਉਂਕਿ ਤੁਹਾਡੇ ਜਿਹੜੇ ਚਾਹਵਾਨ ਨੇ ਜਿਨ੍ਹਾਂ ਨੇ ਫਿਲਮਾਂ ਦੇਖੀਆਂ ਬਹੁਤ ਜ਼ਿਆਦਾ ਐਕਸਾਈਟਡ ਨੇ। ਪਰਸਨਲੀ ਮੈਂ ਹੀ ਬਹੁਤ ਜ਼ਿਆਦਾ ਐਕਸਾਈਟਡ ਹਾਂ ਜੀ। ਅਸੀਂ ਇੱਕ ਵੈਬ ਸੀਰੀਜ਼ ਕਰ ਰਹੇ ਹਾਂ ਮੈਂ ਪੰਜਾਬੀ ਦੇ ਵਿੱਚ, 8 ਐਪੀਸੋਡ ਆ, ਬਹੁਤ ਵੱਡਾ ਪ੍ਰੋਜੈਕਟ ਆ। ਉਸ ਤੋਂ ਇਲਾਵਾ ਮੈਂ ਇੱਕ ਹਿੰਦੀ ਵੈਬ ਸੀਰੀਜ਼ ਕਰ ਰਿਹਾ ਹੈਗਾ, ਉਹ ਵੀ ਬਹੁਤ ਵੱਡਾ ਪ੍ਰੋਜੈਕਟ ਆ, ਹਰਿਆਣਾ ਯੂਪੀ ਦੇ ਵਿੱਚ ਉਹਦਾ ਸ਼ੂਟ ਆ। ਤੇ ਪੰਜਾਬੀ ਫਿਲਮ ਕਰ ਰਿਹਾ ਮੈਂ, ਜੋਰਾ ਦਾ ਜਿਹੜਾ ਤੀਜਾ ਪਾਰਟ ਆ ਉਹ ਵੀ ਕਰ ਰਿਹਾ, ਤੇ ਇੱਕ ਹੋਰ ਪੰਜਾਬੀ ਫਿਲਮ ਕਰ ਰਿਹਾ। ਤੇ ਇਸ ਕਰਕੇ ਕਈ ਪ੍ਰੋਜੈਕਟ ਨੇ, ਪਰ ਉਹ ਮੈਂ ਸਾਰਾ ਕੁਝ ਪਹਿਲਾਂ ਕਿਉਂਕਿ ਲੋਕਡਾਊਨ ਲੱਗ ਗਿਆ 1.5 ਸਾਲ ਉਹਦਾ ਖਰਾਬ ਹੋ ਗਿਆ, ਉਹਦੇ ਕਰਕੇ। ਬਾਕੀ ਹੁਣ ਮਰ ਜਾਣੇ ਰਿਲੀਜ਼ ਕਰਨੀ ਆ 10 ਦਸੰਬਰ ਨੂੰ, ਉਹਦੇ 'ਚ ਬਿਜ਼ੀ ਆ। ਤੇ ਜਨਵਰੀ ਫਰਵਰੀ ਦੇ ਵਿੱਚ ਨਵਾਂ ਸ਼ੂਟ ਸ਼ੁਰੂ ਕਰਾਂਗੇ ਜੀ। ਜਿਸ ਤਰ੍ਹਾਂ ਤੁਸੀਂ ਮੈਨੂੰ ਪ੍ਰੋਜੈਕਟਸ ਆਪਣੇ ਗਿਣਾਏ ਨੇ, ਤਾਂ ਕਿਤੇ ਨਾ ਕਿਤੇ ਤੁਹਾਨੂੰ ਨਹੀਂ ਔਖਾ ਹੋ ਜਾਂਦਾ ਵੀ ਇੱਧਰ ਕਰਨਾ, ਇੱਧਰ ਰਿਲੀਜ਼ ਕਰਨਾ? ਮੇਰੇ ਲਈ ਸੱਚੀ ਗੱਲ ਆ, ਤੁਹਾਡੀ ਗੱਲ ਬੜੀ ਵਧੀਆ। ਮੇਰੇ ਲਈ ਬਹੁਤ ਔਖਾ ਹੈ ਬੇਟਾ, ਪਤਾ ਕਿਉਂ? ਕਿਉਂਕਿ ਉਹ ਲਿਖਣੇ ਵੀ ਮੈਂ ਹੀ ਹੁੰਦੇ ਆ। ਆਮ ਡਾਇਰੈਕਟਰਾਂ ਦੀ ਕੀ ਹੁੰਦੇ ਆ ਕਿ ਉਹ ਕਿਸੇ ਦੀ ਲਿਖੀ ਸਕ੍ਰਿਪਟ ਤੇ ਫਿਲਮ ਬਣਾਉਂਦੇ ਆ, ਕੋਈ ਲਿਖਦਾ ਉਹ ਬਣਾ ਦਿੰਦੇ ਆ। ਮੈਂ ਲਿਖਣੀ ਵੀ ਆਪ,
ਸਕ੍ਰਿਪਟ ਵੀ ਆਪ ਲਿਖਣੀ, ਸਕਰੀਨ ਪਲੇ, ਡਾਇਲੌਗ, ਕਹਾਣੀ ਸਭ ਕੁਝ ਆਪ ਲਿਖਣਾ, ਫਿਰ ਉਹ ਬਣਾਉਣੀ ਹੈ ਨਾ। ਉਹ ਇਸ ਕਰਕੇ ਬਹੁਤ ਮੈਨੂੰ ਮਿਹਨਤ ਕਰਨੀ ਪੈਂਦੀ ਹੈ, ਬਹੁਤ ਟਾਈਮ ਲੱਗਦਾ। ਥੋੜ੍ਹਾ ਜਿਹਾ ਹੁਣ ਫਾਇਦਾ ਮੈਨੂੰ ਇਹ ਹੋ ਗਿਆ ਕਿ ਲੋਕਡਾਊਨ ਸੀ ਤਾਂ 1.5 ਸਾਲ ਘਰੇ ਬੈਠੇ ਸੀ ਤਾਂ ਮੈਨੂੰ ਲਿਖਣ ਦਾ ਟਾਈਮ ਮਿਲ ਗਿਆ ਜੀ। ਤੇ ਕਿਤੇ ਨਾ ਕਿਤੇ ਤੁਹਾਨੂੰ ਜਿਹੜੀ ਸੈਟੀਸਫੈਕਸ਼ਨ ਆਪ ਕੰਮ ਕਰਕੇ ਮਿਲਦੀ ਹੈ ਕਿਸੇ ਦੇ ਕੰਮ ਤੋਂ, ਹਾਂ, ਤੁਹਾਨੂੰ ਇਹ ਵੀ ਜਿੰਨਾ ਹੋ ਜਾਏ ਚਾਹੇ ਥੋੜਾ ਹੋ ਜਾਏ, ਹਾਂ ਮੈਂ ਹਾਂ ਆਪ ਕਰ ਹਾਂ ਲਵਾਂ। ਬਿਲਕੁਲ ਬਿਲਕੁਲ। ਸੋ ਬਹੁਤ ਵਧੀਆ ਲੱਗਿਆ ਤੁਹਾਡੇ ਨਾਲ ਗੱਲਬਾਤ ਕਰਕੇ। ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਔਨ 에ਅਰ ਤੇ ਗੱਲਬਾਤ ਕਰਨ ਦੇ ਲਈ। ਤੁਹਾਡਾ ਵੀ ਧੰਨਵਾਦ, ਦੇਖਣ ਵਾਲਿਆਂ ਦਾ ਵੀ ਧੰਨਵਾਦ, ਬਹੁਤ ਬਹੁਤ ਸ਼ੁਕਰੀਆ।